आओ हरेक वीरवार की तरह तुहाडे रूबरू हुंदे आ। सतगुरु दास महाराज ओट आसरा लैके प्रोग्राम की शुरुआत करते हैं। मेरे खब्बे हत्थ मेरे वीर महेंद्र मैमी जी जय गुरदेव जी ते उन्हां नाल रविंद्र चौहान जी जय गुरदेव जी, उन्हां दे नाल डॉक्टर श्रीकांत जी जय गुरदेव जी ते रजिंदर गोगी जी जो वाम सेफ दे जो कोऑर्डिनेटर है यूके दे, जय गुरदेव जय भीम जय वाल्मीकि जी जय भीम। ਤੇ ਆਓ ਅਸੀਂ ਹੁਣ ਆਪਸ ਵਿੱਚ ਵਿਚਾਰਾ ਕਰਾਂਗੇ ਤੇ ਜੋ ਵਿਚਾਰ ਕੀਤੀ ਜਾਵੇਗੀ, ਜਿਹੜਾ ਵੀ ਵਿਚਾਰ ਕਿਸੇ ਵੀ ਭੈਣ ਭਰਾ ਨੇ ਦੇਣਾ ਹੈ ਬ੍ਰੇਕ ਤੋਂ ਬਾਅਦ ਕਾਲਾਂ ਕਰਕੇ, ਉਹ ਅੱਜ ਦੇ ਮੁੱਦੇ ਤੇ ਗੱਲ ਕੀਤੀ ਜਾਵੇ ਔਰ ਆਫ ਕੌਮ ਦੇ ਦਾਇਰੇ ਦੇ ਵਿੱਚ ਰਹਿ ਕੇ ਕੀਤੀ ਜਾਵੇ ਔਰ ਆਪਣੀ ਜਿਹੜੀ ਲੈਂਗੁਏਜ ਹੈ ਪਾਰਲੀਮੈਂਟ ਲੈਂਗੁਏਜ ਹੋਣੀ ਚਾਹੀਦੀ ਹੈ, ਉਸ ਦੇ ਵਿੱਚ ਕੋਈ ਬੋਲੀ ਜਿਹੜੀ ਹੈ ਗਲਤ ਮਲਤ ਨਹੀਂ ਹੋਣੀ ਚਾਹੀਦੀ ਜਿਸ ਦੇ ਨਾਲ ਆਪਾਂ ਨੂੰ ਕੋਈ ਨੁਕਸਾਨ ਹੋ ਸਕੇ। ਅੱਜ ਦਾ ਪ੍ਰੋਗਰਾਮ ਅਸੀਂ ਪਹਿਲਾਂ ਸਟਾਰਟਿੰਗ ਕਰਾਂਗੇ ਮਾਤਾ ਸਵਿਤਰੀ ਬਾਈ ਫੁੱਲੇ ਜੀ ਜਿਨ੍ਹਾਂ ਦਾ ਕੱਲ ਜਨਮ ਦਿਨ ਸੀ। ਅਸੀਂ ਉਹਨਾਂ ਨੂੰ ਅੱਜ ਕੋਟ ਕੋਟ ਪ੍ਰਣਾਮ ਕਰਦੇ ਹਾਂ ਤੇ ਜਿਹੜੇ ਮੇਰੇ ਸਾਥੀ ਨਾਲ ਬੈਠੇ ਆ ਉਹਨਾਂ ਦੀ ਵਿਆਖਿਆ ਦੇ ਵਿੱਚ ਉਹ ਸਾਰੀ ਡਿਟੇਲ ਦੇ ਵਿੱਚ ਦੱਸਣਗੇ। ਲੇਕਿਨ ਸਵਿਤਰੀ ਬਾਈ ਫੁੱਲੇ ਜੀ ਜਿਹੜੇ ਪਹਿਲੀ ਲੇਡੀ ਸੀ ਜਿਨ੍ਹਾਂ ਨੇ ਟੀਚਿੰਗ ਦਾ ਆਪਣਾ ਟੀਚਰ ਜਾਨੀ ਪੜ੍ਹਾਈ ਦਾ ਕੰਮ ਉਹਨੇ ਕੀਤਾ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਜਿਹੜੇ ਕਮਿਊਨਿਟੀ ਦੀਆਂ ਔਰਤਾਂ ਸੀ ਉਹਨਾਂ ਨੇ ਪੜਾਉਣਾ ਚਾਲੂ ਕੀਤਾ ਸੀ, ਜਿਸ ਦੇ ਨਾਲ ਸਾਡੇ ਵਿੱਚ ਅਵੇਅਰਨੈਸ ਆਈ, ਜਿਸ ਦੇ ਨਾਲ ਸਾਡੇ ਜਿਹੜੇ ਭੈਣਾਂ ਬੱਚੇ ਜਿਹੜੇ ਸੀਗੇ ਉਸ ਵੇਲੇ ਦੇ ਕਮਿਊਨਿਟੀ ਜਿਹੜੀ ਸਾਡੀ ਸੀ ਉਹ ਵੈਲ ਸੈਟਲ ਹੋਣ ਲੱਗੀ ਪੜ੍ਹ ਕੇ। ਤੇ ਇਸੇ ਤਰ੍ਹਾਂ ਮਹਾਤਮਾ ਜੋਤੀ ਫੁੱਲੇ ਰਾਏ ਸਾਹਿਬ ਜੀ ਨੇ ਕਿਹਾ ਸੀ ਕਿ ਸਵਿਤਰੀ ਤੂੰ ਪੜ੍ਹ ਲਾ, ਉਹ ਕਹਿੰਦੇ ਸੀਗੇ ਉਹ ਪੰਜਾਬੀ ਦੇ ਵਿੱਚ ਜਿੱਦਾਂ ਗੱਲ ਕੀਤੀ ਜਾਂਦੀ ਆ ਉਸੇ ਤਰ੍ਹਾਂ ਮੈਂ ਕਰੂੰਗਾ ਕਿ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਧਰਮਾਂ ਦੇ ਵਿੱਚ ਇਹ ਕਿਹਾ ਆ ਜੇ ਕਿ ਮੈਂ ਪੜ੍ਹ ਗਈ ਤੇ ਮੇਰਾ ਹਸਬੈਂਡ ਮਰ ਜਾਏਗਾ, ਮੇਰਾ ਪਤੀ ਮਰ ਜਾਏਗਾ, ਇਸ ਲਈ ਮੈਂ ਪੜ੍ਹਨਾ ਨਹੀਂ ਚਾਹੁੰਦੀ। ਉਹਨਾਂ ਨੇ ਕਿਹਾ ਨਹੀਂ ਐਸੇ ਨਹੀਂ, ਏਦਾਂ ਨਹੀਂ ਹੁੰਦਾ, ਇਹ ਜਿਹੜੀਆਂ ਚੀਜ਼ਾਂ ਆ ਇਹ ਜਿਹੜੇ ਹਿੰਦੂ ਧਰਮ ਦੇ ਰੀਤੀ ਰਿਵਾਜ ਆ ਜਿਹੜੇ ਠੋਕੇ ਗਏ ਸਾਡੇ ਉੱਤੇ ਐਵੇਂ ਬੇਫਜ਼ੂਲੇ ਜਾਏ, ਆਪਾਂ ਇਹਨਾਂ ਨੂੰ ਕੰਡੈਮ ਕਰਦੇ ਆ। ਤੇ ਉਹਨਾਂ ਨੇ ਫਿਰ ਉਹਨਾਂ ਨੂੰ ਆਪਣੇ ਮੁਤਾਬਕ ਉਹਨਾਂ ਨੂੰ ਪੜ੍ਹਾਇਆ ਔਰ ਉਹਨਾਂ ਨੇ ਜਦੋਂ ਬਾਹਰ ਸਕੂਲਾਂ ਦੇ ਵਿੱਚ ਜਾ ਕੇ ਪੜਾਉਣਾ ਚਾਲੂ ਕੀਤਾ ਉੱਥੇ ਦੀਆਂ ਜਿਹੜੀਆਂ ਸਾਡੀਆਂ ਬੀਬੀਆਂ ਸਨ ਭੈਣਾਂ ਸਨ ਉਹ ਵੀ ਕਹਿਣ ਲੱਗੀਆਂ ਕਿ ਮੇਰਾ ਤਾਂ ਪਤੀ ਮਰ ਜਾਏਗਾ। ਉਹ ਕਹਿੰਦੀ ਫਿਰ ਮੈਂ ਦੇਖੋ ਮੇਰਾ ਪਤੀ ਜਿੰਦਾ ਹੈ, ਮੈਂ ਪੜ੍ਹ ਗਈ ਤਾਂ ਤੁਹਾਡੇ ਵੀ ਪਤੀ ਨੂੰ ਕੁਛ ਨਹੀਂ ਹੋਵੇਗਾ। ਇਸ ਤਰ੍ਹਾਂ ਦੀ ਜਿਹੜੀ ਸਾਡੀ ਸਟੋਰੀ ਨਹੀਂ ਹੈ, ਇਹ ਰਿਐਲਿਟੀ ਹੈ, ਹਿਸਟਰੀ ਹੈ ਸਾਡੀ ਕਮਿਊਨਿਟੀ ਦੀ। ਤੇ ਮੈਂ ਪਹਿਲਾਂ ਡਾਕਟਰ ਜੀ ਵੱਲ ਚੱਲਾਂਗਾ। ਡਾਕਟਰ ਜੀ ਸ਼੍ਰੀਕਾਂਤ ਜੀ ਤੁਸੀਂ ਮਾਤਾ ਸਵਿਤਰੀ ਬਾਈ ਫੁੱਲੇ ਜੀ ਨੂੰ ਕੋਟ ਕੋਟ ਪ੍ਰਣਾਮ ਕਰਦੇ ਹੋਏ ਕੀ ਕਹਿਣਾ ਚਾਹੁੰਦੇ ਹੋ? धन्यवाद रमेश जी। अभी आपने जब सावित्री बाई जी का नाम लिया और साथ में राष्ट्रपिता महात्मा फुले जी का भी नाम लिया जी। महात्मा फुले जी का जन्म पेशवाई के खत्म होने के बाद में 1827 में हुआ था और फिर भी पेशवाई का असर था। और उस वक्त जो हमारे सारे बहुजन समाज की जो परिस्थिति थी उसमें उन SC ST OBC को बहुत बुरी तरह से प्रताड़ित किया जाता था और इसीलिए राष्ट्रपिता महात्मा फुले जी ने सबसे पहला स्कूल हमारे बच्चों के लिए, लड़कियों के लिए निकाला, औरतों के लिए निकाला। और जो सिर्फ हमारे लड़कों लड़कियों तक सीमित नहीं था, ब्राह्मणों की लड़कियां भी यहाँ पढ़ा करती थी। तो इसकी वजह ये थी, फुले कहा करते थे, उन्होंने गुलामगिरी में लिखा है कि अगर 1818 1 जनवरी 1818 का युद्ध ना होता तो शायद मैं पढ़ नहीं सकता, और अगर मैं पढ़ नहीं सकता तो मैं लोगों को पढ़ा भी नहीं सकता। और क्योंकि उसके पहले शूद्रों को तेली तंबोली साली माली कुर्मियों को पढ़ने की अनुमति नहीं थी, पेशवाई का कहर था और सबसे ज्यादा उसके जो शिकार थे वो उस वक्त के अछूत लोग थे, हमारे पुरखे थे। और इसीलिए फुले का और जो अभी हाल में जो भीमा कोरेगांव का जो अभी ये जो घटना हुई है आपे डॉक्टर साहब आप उसते बाद चलते पहला सारे तो आप कोट कोट प्रणाम करा लीजिए। ते हाँ जी मोंटी जी, हाँ जी माता सवित्री बाई फुले उन्होंने कल जन्मदिन सी। हाँ जी जय गुरुदेव जी। वैसे जिस तरह के आप सब जानते हैं कि जो शिक्षा का महत्व है, जो शिक्षा की इंपॉर्टेंस है, उन्होंने उस टाइम जो रियलाइज किया गया ਉਹਦੇ ਬਹੁਤ ਅੱਛੇ परिणाम आने वाले समय ਵਿੱਚ ਨਿਕਲੇ जी। हालांकि दिक्कत बहुत सी, हालांकि देयर वाज लॉट ऑफ ऑपोजिशन कि भाई इस तरह क्यों किया जा रहा है, क्यों स्कूल खोले जा रहे हैं या शिक्षा ਦਾ ਅਧਿਕਾਰ ਨੂੰ ਕਿਉਂ ਮਿਲ ਰਿਹਾ। ਹਾਲਾਂਕਿ ਅਧਿਕਾਰ ਦੀ ਗੱਲ ਨਹੀਂ ਸੀ, ਉਹ ਇੱਕ ਐਫਰਟ ਸੀ, ਕੋਸ਼ਿਸ਼ ਸੀ ਕਿ ਜਿਹੜੀ ਸਵਿਤਰੀ ਬਾਈ ਫੁੱਲੇ ਜੀ ਨੇ ਕੀਤੀ ਹੈ। ਹਾਲਾਂਕਿ ਕਿੰਨਾ ਆਪੋਜੀਸ਼ਨ ਸਹਿਨ ਕਰਨਾ ਪਿਆ ਉਹਨਾਂ ਨੂੰ, ਕਿੰਨੀ ਉਹਨਾਂ ਨੂੰ ਮਤਲਬ ਕਠਿਨਾਈਆਂ ਝੇਲਣੀਆਂ ਪਈਆਂ, ਲੇਕਿਨ ਫਿਰ ਵੀ ਉਹ ਰੁਕੇ ਨਹੀਂ, ਉਸ ਨੂੰ ਅੱਗੇ ਵਧਾਉਂਦੇ ਰਹੇ। ਇਹਦੇ ਵਿੱਚ ਸਮਾਜ ਦਾ ਬਹੁਤ ਭਲਾ ਹੋਇਆ ਔਰ ਐਜੂਕੇਸ਼ਨ ਜਿਹੜੀ ਇੱਕ ਲਹਿਰ ਚੱਲੀ ਉਹਦਾ ਜਿਹੜਾ ਅੱਜ ਵੀ ਅਸਰ ਦੇਖਣ ਨੂੰ ਮਿਲਦਾ ਹੈ। ਥੈਂਕ ਯੂ ਜੀ। ਆਪਣੇ ਰਵਿੰਦਰ ਚੌਹਾਨ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੱਲ ਦੇ ਜੋ ਵੀ ਜਨਮ ਦਿਨ ਦੇ ਉੱਤੇ? ਸਭ ਤੋਂ ਪਹਿਲਾਂ ਕੱਚ ਟੀਵੀ ਦੇ ਸਾਰੇ ਭੈਣਾਂ ਭਰਾਵਾਂ ਨੂੰ ਜੈ ਗੁਰਦੇਵ, ਜੈ ਭੀਮ, ਜੈ ਭਾਰਤ। ਜਿਸ ਤਰ੍ਹਾਂ ਅੱਜ ਅਸੀਂ ਸਵਿਤਰੀ ਬਾਈ ਫੁੱਲੇ ਜੀ ਦੀ ਜਨਮ ਦਿਨ ਤੇ ਅਸੀਂ ਤੁਹਾਡੇ ਭੈਣਾਂ ਭਰਾਵਾਂ ਦੇ ਨਾਲ ਵਿਚਾਰ ਸਾਂਝਾ ਕਰਨਾ ਚਾਹੁੰਦੇ ਹਾਂ। ਉਸ ਵੇਲੇ ਇਹੋ ਜਿਹਾ ਮਨੋਵਾਦ ਦਾ ਇਹੋ ਜਿਹਾ ਜ਼ੋਰ ਸੀ, ਬੜੀ ਹੈਰਾਨ ਦੀ ਗੱਲ ਹੈ। ਉਸ ਮਾਹੌਲ ਦੇ ਵਿੱਚ ਉਹ ਮੇਰੀ ਭੈਣ ਨੇ
किस तरीके नाल जां उन्हां दे हस्बैंड ने स्ट्रगल करके एक पहल की, उन्हां दी ओह पहल की हुई ही ये अज साडे सारिਆਂ ਦੇ ਕੰਮ आ रही है। ਅਸੀਂ ਉਹਨਾਂ ਨੂੰ ਆਪਣੇ ਪੂਰੇ ਸ਼ਰਧਾ ਦੇ ਫੁੱਲ ਚੜਾਉਂਦੇ ਹਾਂ। ਉਸ ਵੇਲੇ ਜੋ ਉਹਨਾਂ ਨੇ ਕੰਮ ਕੀਤਾ, ਮਨੂਵਾਦ ਦਾ ਇੱਕ ਇਹੋ ਮੇਨ ਟਾਰਗੇਟ ਸੀ। ਕਿਸੇ ਜਿਸ ਤਰ੍ਹਾਂ ਹੁਣੀ ਤੁਸੀਂ ਦੱਸਿਆ ਵੀ ਜੇ ਉਹ ਪੜ੍ਹ ਲੱਗੇ ਤਾਂ ਉਹਨਾਂ ਦੇ ਹਸਬੈਂਡ ਦੀ ਡੈਥ ਹੋ ਜਾਣੀ, ਇਹ ਇੱਕ ਪਿੱਛੇ ਰੀਜ਼ਨ ਸੀ। ਇੱਕ ਪਿੱਛੇ ਕਿਉਂਕਿ ਉਹਨਾਂ ਨੇ ਰੀਜ਼ਨ ਇਹੋ ਜਿਹੇ ਬਣਾ ਦਿੱਤੇ ਵੀ ਕੋਈ ਵੀ ਬੰਦਾ ਉੱਠੇ ਨਾ, ਪਰ ਜੋ ਉਹਨਾਂ ਦੇ ਗੱਟ ਸੀ, ਜੋ ਉਹਨਾਂ ਨੇ ਕੀਤਾ, ਅੱਜ ਉਹਨਾਂ ਨੂੰ ਸਲਾਮ ਹੈ ਜੀ। ਆਪਣੇ ਰਜਿੰਦਰ ਗੋਗੀ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਪੰਛੀ ਟੀਵੀ ਦੀ ਸਾਧ ਸੰਗਤ ਨੂੰ ਮੇਰੇ ਵੱਲੋਂ ਜੈ ਭੀਮ ਜੈ ਭਾਰਤ। ਅੱਜ ਸਵਿਤਰੀ ਬਾਈ ਫੂਲੇ ਦਾ ਜਨਮ ਦਿਨ ਦੀ ਸੰਬੰਧ ਵਿੱਚ ਇਹ ਪ੍ਰੋਗਰਾਮ ਕੀਤਾ ਜਾ ਰਿਹਾ। ਸਵਿਤਰੀ ਬਾਈ ਫੂਲੇ ਸਾਡੇ ਪਹਿਲੇ ਮਹਾਂਪੁਰਖਾਂ ਦੇ ਵਿੱਚ ਕਤਾਰ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਹੈ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਲੇਡੀਜ਼ ਲਈ ਇੰਡੀਆ ਦੇ ਵਿੱਚ ਸਕੂਲ ਖੋਲੇ ਔਰ ਸਾਡੇ ਸਾਰੇ ਸਮਾਜ ਨੂੰ ਜਦੋਂ ਉਹਨਾਂ ਦਾ ਜਨਮ ਦਿਨ ਆਉਂਦਾ ਇਹਨੂੰ ਟੀਚਰ ਡੇ ਦੇ ਨਾਲ ਮਨਾਉਣਾ ਜਾਣਾ ਚਾਹੀਦਾ ਹੈ। ਹੋਰ ਸਾਡੇ ਲਈ ਸਰਸਵਤੀ ਨੇ ਸਾਡੇ ਲਈ ਕੋਈ ਸਕੂਲ ਨਹੀਂ ਖੋਲੇ, ਸਾਡੇ ਸਮਾਜ ਲਈ ਓਨਲੀ ਐਂਡ ਓਨਲੀ ਮਾਤਾ ਸਵਿਤਰੀ ਬਾਈ ਫੁੱਲੇ ਨੇ ਸਕੂਲ ਖੋਲੇ ਲੇਡੀਜ਼ ਲਈ, ਖਾਸ ਕਰਕੇ। ਜਦੋਂ ਬ੍ਰਾਹਮਣਵਾਦ ਨੂੰ ਪੈਰ ਦੀ ਜੁੱਤੀ ਕਹਿੰਦਾ ਸੀ, ਉਹਨੂੰ ਪੜ੍ਹਨ ਦਾ ਤਾਂ ਕੋਈ ਅਧਿਕਾਰ ਨਹੀਂ, ਪਰ ਅੱਜ ਸਾਡੀ ਸਮਾਜ 'ਚ ਬਹੁਤ ਵੱਡੀ ਨਲਾਇਕੀ ਆ ਵੀ ਜਿਹੜੀ ਸਾਡੀ ਅੱਜ ਦੀ ਲੇਡੀਜ਼ ਆ ਉਹ ਪਰ ਸਵਿਤਰੀ ਬਾਈ ਫੂਲੇ ਬਾਰੇ ਬਹੁਤ ਘੱਟ ਜਾਣਦੇ ਆ। ਸਾਡੇ ਜਿੰਨੇ ਵੀ ਪੁਰਖੇ ਆ ਇਹਨਾਂ ਬਾਰੇ ਬਾਮ ਸੇਫ ਨੇ ਹੀ ਦੱਸਿਆ ਆ ਇੰਡੀਆ ਦੇ ਵਿੱਚ। ਛਤਰਪਤੀ ਸ਼ਾਹੂ ਜੀ ਮਹਾਰਾਜ, ਮਾਤਾ ਜੋਤੀਬਾ ਫੂਲੇ, ਸਵਿਤਰੀ ਬਾਈ ਫੂਲੇ, ਪੈਰੀਅਰ ਸਾਹਿਬ, ਬਾਮ ਸੇਫ ਆਪਣੇ ਕੇਡਰ ਕੈਂਪਾਂ ਦੇ ਵਿੱਚ ਲੋਕਾਂ ਨੂੰ ਇਹਨਾਂ ਦੀ ਜੋ ਇਹਨਾਂ ਨੇ ਸਾਡੇ ਲਈ ਘਾਲਣਾ ਘਾਲੀ ਉਹਨਾਂ ਨੇ ਦੱਸਿਆ ਔਰ ਲੋਕਾਂ ਨੂੰ ਜਾਗਰਿਤ ਕੀਤਾ। ਧੰਨਵਾਦ ਜੀ। ਅਸੀਂ ਇਸ ਗੱਲ ਤੇ ਫਿਰ ਬਾਅਦ ਚ ਆਉਂਦੇ ਹਾਂ ਤੇ ਅਸੀਂ ਹੁਣ ਜਿਸ ਗੱਲ ਦੇ ਉੱਤੇ ਮੇਨ ਮੁੱਦਾ ਜਿਹੜਾ ਸਾਡਾ ਆ ਕੋਰੇਗਾਂਵ ਜਿਹੜਾ ਪੂਨਾ ਦੇ ਵਿੱਚ ਆ, ਉਸ ਦੇ ਬਾਰੇ ਅਸੀਂ ਗੱਲ ਕਰਾਂਗੇ। ਜੋ 1 ਜਨਵਰੀ 2018 ਨੂੰ ਜੋ ਕਹਿਰ ਵਰਤਿਆ ਔਰ ਜੋ ਉੱਥੇ ਸਾਡੇ ਭੈਣਾਂ ਭਰਾਵਾਂ ਦੇ ਉੱਤੇ ਡਾਂਗਾ ਵਰਸੀਆਂ, ਚਾਹੇ ਉੱਥੇ ਪੁਲਿਸ ਸੀਗੀ ਜਾਂ ਨਹੀਂ ਸੀਗੀ, ਕਿਸੇ ਨੇ ਉਹਦੇ ਵਿੱਚ ਹੱਥ ਵੰਡਾਇਆ ਜਾਂ ਨਹੀਂ ਵੰਡਾਇਆ, ਲੇਕਿਨ ਸਾਡੇ ਉੱਤੇ ਅਤਿਆਚਾਰ ਕੀਤਾ ਗਿਆ ਤੇ ਉਸ ਦੇ ਬਾਰੇ ਅਸੀਂ ਅੱਜ ਗੱਲ ਕਰਾਂਗੇ ਕਿ ਭੀਮਾ ਨਦੀ ਦੇ ਤੱਟ ਜਿਹੜਾ ਉਹਦੇ ਉੱਤੇ ਕੋਰੇਗਾਂਵ ਜਿਹੜਾ ਪਿੰਡ ਸੀਗਾ ਉਹ ਉੱਥੇ ਵਸਦਾ ਸੀ, ਜਿਹੜਾ ਕਿ 2 ਫੌਜਾਂ ਆਮਣੋ ਸਾਹਮਣੇ ਹੋਈਆਂ ਤੇ ਜਿਸ ਦੇ ਵਿੱਚ ਇੱਕ ਦੇ ਵਿੱਚ 28,000 ਸੈਨਿਕ ਸੀ ਪੇਸ਼ਵਾਈ ਬਾਜੀਰਾਓ ਵਾਲੇ ਤੇ ਦੂਸਰੇ ਪਾਸੇ ਮਹਾਰ ਸੈਨਿਕ ਜਿਹੜੇ 500 ਸੀ ਤੇ ਉਹਨਾਂ ਨੇ ਉਸ ਵੇਲੇ ਉਹਨਾਂ ਦੇ ਆਪਸ ਵਿੱਚ ਦੋਨਾਂ ਦਾ ਯੁੱਧ ਹੋਇਆ। ਉਹ ਮੈਂ ਬਾਕੀ ਦੇ ਆਪਣੇ ਜਿਹੜੇ ਮੇਰੇ ਮਹਿਮਾਨ ਆ ਉਹਨਾਂ ਤੋਂ ਪੁੱਛਾਂਗਾ ਕਿ 200 ਸਾਲ ਦਾ ਜਿਹੜਾ ਉਹ ਇੱਕ ਜਿਹੜਾ 1 ਜਨਵਰੀ 2018 ਨੂੰ ਮਨਾਇਆ ਜਾ ਰਿਹਾ ਸੀ ਉੱਥੇ, ਤੇ ਉੱਥੇ ਉਹਨਾਂ ਤੋਂ ਇਹ ਸਹਿਨ ਨਹੀਂ ਹੋਇਆ। ਉੱਚ ਜਾਤੀ ਦੇ ਲੋਕਾਂ ਨੂੰ ਲਾ ਲਓ ਜਾਂ ਦੂਸਰਿਆਂ ਨੂੰ ਲਾ ਲਓ, ਜਿਹੜੇ ਕਿ ਸਾਨੂੰ ਨਹੀਂ ਲਾਈਕ ਕਰਦੇ ਲਾ ਲਓ, ਜਾਂ ਜਿਹੜੇ ਸਾਡੇ ਉੱਤੇ ਹਰ ਵੇਲੇ ਰਾਜ ਕਰਨਾ ਚਾਹੁੰਦੇ ਉਹਨਾਂ ਦੀ ਗੱਲ ਲਾ ਲਓ, ਜਾਂ ਇਸ ਤਰ੍ਹਾਂ ਕਹਿ ਲਓ ਦੂਸਰੀ ਤਰ੍ਹਾਂ ਕਿ ਗੌਰਮੈਂਟਾਂ ਦੇ ਹੱਥ ਉਹਦੇ ਵਿੱਚ ਸੀਗਾ। ਇਸ ਤਰ੍ਹਾਂ ਵੀ ਅਸੀਂ ਕਹਿ ਸਕਦੇ ਹਾਂ। ਤੇ ਮੈਂ ਜਾਵਾਂਗਾ ਡਾਕਟਰ ਜੀ, ਪਹਿਲਾਂ ਤੁਸੀਂ ਉਸ ਦੇ ਬਾਰੇ ਸਵਿਤਰੀ ਬਾਈ ਫੂਲੇ ਜੀ ਦਾ ਉਸ ਦੇ ਨਾਲ ਕੀ ਲਿੰਕ ਸੀ ਉਸਦੇ ਉੱਥੇ तक विस्तार च रखो, बाकी फिर मैं दूसरे मेहमान नाम जाऊंगा। हाँ जी, जैसा कि मैंने बताया कि जो फुले कपल थे, ये दोनों जो पति पत्नी, इन्होंने जिसको बाबा साहब फुले जी को फादर ऑफ सोशल रिवॉल्यूशन कहा करते थे जी। और वो इसलिए कहा करते थे कि फुले जी ने सबसे पहले हमारे बहुजन मूल निवासी समाज के बच्चों को, साथ में सभी लड़कियों को, सभी औरतों को पढ़ने का अधिकार दिया। और उसकी वजह ये थी कि उसके पहले पढ़ने का अधिकार नहीं था। जैसा मैंने बताया कि पेशवाई का कहर इतना था कि हमारे पुरखों को गले में हांडी और पीछे बांध कर जाना पड़ता था। और ये उन्होंने मनुस्मृति इसके अनुसार पेशवा रहे, क्योंकि पेशवा ब्राह्मण थे। अभी हाल में जो ये घटना हुई उसमें जो मीडिया का कवरेज आ रहा है वो ये बता रहा है कि ये दलित वर्सेस मराठा का वाद है। नहीं, ऐसा नहीं है। उस वक्त जो शिवाजी महाराज थे, शिवाजी महाराज को जो सिपह सालार थे, जिसमें सारे थे, चमार थे, महार थे, लोहार थे, सब थे, सबको मराठा कहा गया था। और इसीलिए मराठा, अगर मराठों की बात होती तो मराठी शाही तो खत्म हो चुकी थी, ये पेशवाई थी। और ये ब्राह्मणों के खिलाफ में शिवाजी महाराज की हत्या के बाद में औरंगजेब को पुष्ट लगाकर उन्होंने शिवाजी के जो पुत्र थे संभाजी, उनको भी मरवा दिया। और उनको मरवाने के बाद में जब मराठी शाही शिवशाही खत्म हुई तो उसके बाद में उन्होंने मनुस्मृति के अनुसार पेशवाई शुरू की। और उसके चलते हमारे लोगों को जो परेशानी हुई, उस परेशानी के चलते बहुजन समाज के भीमा कोरेगांव के उस स्तंभ पर सिर्फ महारों का नाम नहीं है, वहां लिंगायत लोगों का नाम है, वहां मराठों का भी नाम है। वो जो बटालियन थी, इन्फेंट्री, नेटिव इन्फेंट्री बटालियन, उसमें ये सारे तबके के लोग थे, महार उसमें ज्यादा थे। तो इन लोगों ने, इनका जो सेनापति था सिद्धनाग महार, उसने सिद्धनाग,
उसने सबसे पहले पेशवा को अप्रोच किया, क्योंकि उसकी खड़ी फौज थी। तो वो कहा कि मैं लड़ूंगा आपके साथ में, आप हमारे हो, आप भारतीय हो, भारत देश के हो, हम अंग्रेज तो विदेशी है, हम लड़ेंगे आपके साथ में अंग्रेजों के खिलाफ में, लेकिन फिर हमें क्या मिलेगा? क्या हमको आत्मसम्मान मिलेगा? क्या आज हम आपने हमारी जो परिस्थिति की है आपके पेशवाई में, तो उसके बारे में आप क्या करोगे? तो पेशवा ने उलट जवाब दिया कि सुई, ये जो सुई है ना, तो सुई के ऊपर, टोक के ऊपर जो जगह है, उतना भी आपको आत्मसम्मान मिलेगा नहीं, और आपको हक मिलेगा नहीं, जैसे बनाए गए वैसे रहो। इसके बाद में सिद्धनाथ ये अंग्रेजों की तरफ गया, और अंग्रेजों को उन्होंने बताया, तो अंग्रेजों ने कहा कि हम आपको पढ़ाई भी देंगे, हम आपको बराबरी का दर्जा देंगे, हम आपको सिपाही सालार बनाएंगे और आपको इज्जत भी देंगे। तो ये सारे फिर उन्होंने अंग्रेजों के साथ में, इसीलिए ये लड़ाई आत्मसम्मान की, डिग्निटी की लड़ाई है। ये लड़ाई गद्दारों की लड़ाई नहीं, ये लड़ाई मराठों के साथ में भी लड़ाई नहीं है। अगर मराठों के साथ हुई लड़ाई होती तो जिस संभाजी महाराज को, शिवाजी महाराज के बेटे को ब्राह्मणों ने अंग्रेजों को, औरंगजेब को फुसला कर मरवाया, तो उनकी जो समाधि है, उनके जब टुकड़े टुकड़े कर दिए गए, उस समाधि को गोपाल गोविंद गायकवाड़ करके बड़ू बुद्रुक जहां समाधि को मारा गया, तो वहां के एक महार ने उस टुकड़ों को इकट्ठा किया और इकट्ठा करके सीकर उसको बाइज्जत उसको समाधि बनाई। और वो समाधि आज कहाँ है? वो हमारे मोहल्ले में है। शिवाजी महाराज की जो माँ थी, उनका राजवाड़ा कहाँ है? वो हमारे मोहल्ले में है। तो ऐसा क्यों? अगर ये लड़ाई अगर मराठों के खिलाफ में होती तो हमारे लोगों ने तो ये सारी कुर्बानियां दी है और साथ में वो लड़े। ये लड़ाई पेशवाओं के अन्याय के खिलाफ में थी, उनके उस जुल्मी निजाम के खिलाफ में थी। थैंक यू डॉक्टर श्रीकांत जी, जिस तरह तुम विस्तार से दसिया। हाँ जी मिंदर जी, तुसी की कहना चाहते हो? सब इस तरह है कि जैसा श्रीकांत जी ने दसिया जी, ये बेसिकली सारी जो भी लड़ाई का जो परिप्रेक्ष्य है या जो लड़ाई का जो एक जो बैकग्राउंड है, ਉਹਦਾ सिर्फ खुल के गल सामने इको आती है। वो बेसिकली आत्मसम्मान की लड़ाई सी। सही गल। और आत्मसम्मान की लड़ाई लड़ना जरा वो कोई किसी भी तरीके ना बुरी गल नहीं हैगी जी। ਅੱਜ ਅਸੀਂ 200 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ। ਅੱਜ ਦੇ ਯੁੱਗ ਵਿੱਚ ਮਾਡਰਨ ਜਿਹੜੇ ਕਿ ਅਸੀਂ 21ਵੀਂ ਸਦੀ ਚ ਰਹਿ ਰਹੇ ਹਾਂ, ਅੱਜ ਵੀ ਆਤਮ ਸਨਮਾਨ ਦੀ ਲੜਾਈ ਲੜਨੀ ਪੈ ਰਹੀ ਹੈ। ਕੋਰੇਗਾਂव ਜਿਹੜਾ ਹੁਣ ਅੱਜ ਇਹੀ ਹੋਈ ਹੈ, ਇਹ ਘਟਨਾ ਹੋਈ ਹੈ, ਜਨਵਰੀ ਵਿੱਚ ਇਹੀ ਹੋਈ ਹੈ। ਬਿਲਕੁਲ ਇਸ ਤਰ੍ਹਾਂ ਹੈ। ਇਹ ਸਾਰੀ ਕਿਉਂਕਿ ਇਹ ਸਾਰਾ ਬਾਈ ਡਿਜ਼ਾਈਨ ਹੋ ਰਿਹਾ ਜੀ। ਚਲੋ ਪਹਿਲਾਂ ਆਪਾਂ ਕਹਿ ਸਕਦੇ ਹਾਂ ਜੀ ਚਲੋ ਪੇਸ਼ਵਾ ਸੀ, ਗੋਰਿਆਂ ਦਾ ਸੀ, ਇਹ ਸੀ ਉਹ ਸੀ, ਲੇਕਿਨ ਹੁਣ ਤੇ ਅਸੀਂ ਸੁਤੰਤਰ ਭਾਰਤ ਚ ਜੀ ਰਹੇ ਹਾਂ। ਅਸੀਂ ਇੱਕ ਇੰਡੀਪੈਂਡੈਂਟ ਕੰਟਰੀ ਦੇ ਸਿਟੀਜ਼ਨਸ ਹੈਗੇ ਆ। ਮਤਲਬ ਅਸੀਂ ਤੋਂ ਮਤਲਬ ਜਿਹੜੇ ਸਾਡੇ ਭੈਣ ਭਰਾ ਭਾਰਤ ਵਾਸੀ ਧਰਤੀ ਵਿੱਚ ਬਸੇ ਹੋਏ ਆ, ਉਹਨਾਂ ਦਾ ਅਤਿਆਚਾਰ ਹੁੰਦਾ, ਅਗਰ ਉਹ ਅਤਿਆਚਾਰ ਦੇ ਖਿਲਾਫ ਅਗਰ ਲੜਦੇ ਆ, ਜਿਹੜਾ ਸਪੈਸ਼ਲੀ ਬਾਈ ਡਿਜ਼ਾਈਨ ਹੋ ਰਿਹਾ, ਜਿਹੜਾ ਅਤਿਆਚਾਰ ਬਾਈ ਡਿਜ਼ਾਈਨ ਹੋ ਰਿਹਾ, ਬਾਈ ਪਲੈਨਿੰਗ ਹੋ ਰਿਹਾ, ਉਹਦੇ ਖਿਲਾਫ ਅਗਰ ਕੋਈ ਆਪਣੇ ਦਲਿਤ ਵਰਗ ਦੇ ਜਿਹੜੇ ਨੌਜਵਾਨ ਹੈ ਜਾਂ ਜਿਹੜੇ ਸਾਡੇ ਜਿਹੜੇ ਸਾਥੀ ਹੈ, ਅਗਰ ਉਹ ਖੜੇ ਹੁੰਦੇ ਆ ਆਤਮ ਸਨਮਾਨ ਦੀ ਲੜਾਈ ਵਾਸਤੇ, मैं नहीं समझता कि गलत है। और ओदी रोकथाम किस तरह होगी, इस गल दे उत्ते विचार करना बहुत जरूरी है, क्योंकि अदरवाइज आने वाली जनरेशन दे सिर दे उत्ते ये बहुत बड़ा एक भार पैण वाला है। थैंक यू जी ममटी जी, बहुत बहुत धन्यवाद तुहाडा। रविंदर चौहान जी, जिस तरह के पहला महाराष्ट्र विच होया, पुणे च होया, फिर बाद च बंबे च होया, फिर बाद च हरियाणे च भी होया, ते दिल्ली च भी कल होया, हुशियारपुर च भी, फगवाड़े च भी, सारी जगह ते प्रोटेस्ट हो रहे हैं। ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਆ ਕਿ ਇਹ ਜਿਹੜੇ ਪ੍ਰੋਟੈਸਟ ਆ ਸਾਡੇ ਲਈ ਇਹ ਏਕਤਾ ਦਾ ਯੂਨਿਟੀ ਦਾ ਇਹ ਇੱਕ ਸਬੂਤ ਹੈ ਜਾਂ ਕਿ ਕੋਈ ਹੋਰ ਚੀਜ਼ ਆ? ਦੇਖੋ ਜੀ, ਇਹ ਬੜਾ ਹੀ ਸੈਂਸਿਟਿਵ ਮਸਲਾ ਜੀ ਬਣ ਗਿਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਆਤਮ ਸਨਮਾਨ ਦੀ ਲੜਾਈ ਪਹਿਲਾਂ ਵੀ ਸੀ, ਉਦੋਂ ਵੀ ਸੀ ਤੇ ਅੱਜ ਵੀ ਹੈ ਜੀ। ਇਹ ਸਾਰਾ ਕੁਝ ਆਤਮ ਸਨਮਾਨ ਕਰਕੇ ਅਸੀਂ ਆਪਣੇ ਰਾਈਟਸ ਕੀ ਹਨ, ਉਹਨਾਂ ਰਾਈਟਸਾਂ ਨੂੰ ਲੈਣ ਲਈ ਕਹਿੰਦੇ ਇਹਨਾਂ ਰਾਈਟਸ ਜਿਹੜੇ ਕਈ ਵਾਰੀ ਉਦਾਂ ਨੇ ਭੀਖ ਨਹੀਂ ਮੰਗੀ ਜਾਂਦੀ, ਇਹਨਾਂ ਦੇ ਲਈ ਕੋਈ ਨਾ ਕੋਈ ਕਰਨਾ ਪੈਂਦਾ ਜੀ। ਬੜੀ ਡਿਟੇਲ ਦੇ ਵਿੱਚ ਤੁਸੀਂ ਸੁਣਿਆ, ਕਿਉਂਕਿ ਅੱਜ ਦਾ ਸਿਸਟਮ ਜਿਹੜਾ ਨਾ, ਮੈਂ ਤਾਂ ਇਹ ਵੀ ਕਹਾਂਗਾ ਵੀ ਗੋਰਿਆਂ ਨਾਲੋਂ ਵੀ ਇਸ ਵੇਲੇ ਵਰਸ ਇਹ ਸਿਚੁਏਸ਼ਨ ਬਣ ਗਈ। ਤੇ ਸ਼ਾਇਦ ਉਹ ਵੀ ਕਿਤੇ ਸਰਕਾਰੀ ਦਰਬਾਰੇ ਗੱਲ ਸੁਣ ਕੇ ਸ਼ਾਇਦ ਦੇਣਗੇ, ਕਿਉਂਕਿ ਅੱਜ ਦਾ ਜੋ ਮਾਹੌਲ ਬਣ ਗਿਆ, ਇਹਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਆਪਣੇ ਜਿਹੜੀ ਕਿ ਕਲਾਸ ਹੈ, ਇਹ ਭਾਈਚਾਰੇ ਨੂੰ ਖਤਮ ਕਰਕੇ ਇੱਕ ਇਹੋ ਜਿਹੀ ਮੂਵ ਬਣਾਉਣੇ, ਪੋਲੀਟੀਕਲੀ ਵਿੰਗ ਪਿੱਛੇ ਇੱਕ ਜ਼ੋਰ ਫੜ ਰਿਹਾ। ਇਹ ਹੋ ਰਿਹਾ, ਚਾਹੇ ਅਸੀਂ ਮੰਨੀਏ ਚਾਹੇ ਨਾ ਮੰਨੀਏ। ਪਹਿਲੀ ਗੱਲ ਤਾਂ ਇਹਦੇ ਵਿੱਚ ਪਹਿਲਾਂ ਵੀ ਬੜੇ ਚਿਰ ਤੋਂ ਅਸੀਂ ਇਹ ਮਾਹੌਲ ਦੇ ਵਿੱਚ ਚੱਲਦੇ ਆ ਰਹੇ ਹਾਂ। ਅੱਜ ਇਹਦੇ ਵਿੱਚ ਕੋਈ ਸ਼ੱਕ ਨਹੀਂ, ਜਿਹੜੇ ਕਿ ਪ੍ਰੋਟੈਸਟ ਹੋ ਰਹੇ ਉਹਨਾਂ ਨੇ, ਚਾਹੇ ਪੁਣੇ ਵਿੱਚ, ਚਾਹੇ ਮਹਾਰਾਸ਼ਟਰ ਵਿੱਚ, ਚਾਹੇ ਪੰਜਾਬ ਦੇ ਵਿੱਚ, ਜਲੰਧਰ ਵਿੱਚ, ਕਿਤੇ ਵੀ, ਜੇ ਹੁਣ ਇੱਕ ਸੁਭਾਵਕ ਆ। ਇਹਦੇ ਵਿੱਚ ਅਸੀਂ ਇਹ ਵੀ ਦੇਖਣਾ ਵੀ ਕਈ ਜਿਹੜੀਆਂ ਹੈਗੀਆਂ ਪਾਰਟੀਆਂ ਜਾਂ ਕੋਈ ਵੀ ਇਹੋ ਜਿਹੀਆਂ ਏਜੰਸੀਆਂ ਇਹਦੇ ਤੋਂ ਆਪਣਾ ਫਾਇਦਾ ਨਾ ਲੈ ਸਕਣ।
ਅਸੀਂ ਕਿਸ ਤਰੀਕੇ ਨਾਲ ਇਹਨਾਂ ਨੂੰ ਇੱਕ ਬੜੇ ਸੋਹਣੇ ਤਰੀਕੇ ਦੇ ਨਾਲ ਮੂਵਮੈਂਟ ਨੂੰ ਅੱਗੇ ਲੈ ਕੇ ਜਾਣਾ, ਮੂਵਮੈਂਟ ਨੂੰ ਅੱਗੇ ਲਿਆ ਕੇ ਜੋ ਸਾਡੀਆਂ ਮੰਗਾਂ ਹਨ, ਜੋ ਸਾਡੇ ਹੱਕ ਹਨ, ਉਹ ਅਸੀਂ ਲੈ ਸਕੀਏ। ਨਹੀਂ ਤਾਂ ਐਸੇ ਨਾ ਹੋਵੇ, ਕਿਉਂਕਿ ਉਹ ਬੜੇ ਲੋਕ ਬੜੇ ਤੇਜ਼ ਹਨ। ਕਿਉਂਕਿ ਮੈਂ ਇਹ ਵੀ ਕਹਿਣਾ ਚਾਹੁੰਦਾ ਹੈ, ਕਿਉਂਕਿ ਇਹ 2019 ਦੇ ਇਲੈਕਸ਼ਨ ਆਉਣ ਵਾਲੇ ਹਨ, ਇਹ ਬੜੇ ਪਲਾਨ ਬਣ ਰਹੇ ਹਨ, ਬੜੇ ਪਲਾਨ ਬਣ ਰਹੇ ਹਨ। ਉਹਨਾਂ ਨੂੰ ਇਸ ਚੀਜ਼ ਦਾ ਫਿਕਰ ਨਹੀਂ, ਕੰਟਰੀ ਦਾ ਕਿੰਨਾ ਨੁਕਸਾਨ ਹੋ ਰਿਹਾ, ਕਿੰਨਾ ਕੁਝ ਫੂਕ ਰਿਹਾ। ਉਹਨਾਂ ਨੂੰ ਮਤਲਬ ਹੈ ਵੀ ਅਸੀਂ ਆਪਣੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਕ ਪਿਛਲੇ ਸਾਲ ਤੋਂ ਹੁਣ 18 ਦੇ ਵਿੱਚ ਇਹੋ ਜਿਹੀਆਂ ਬੜੀਆਂ ਕੁਝੀਆਂ ਹਰਕਤਾਂ ਹੋਣੀਆਂ ਹਨ। ਮੈਂ ਆਪਣੇ ਭਾਈਚਾਰੇ ਨੂੰ, ਇਹ ਜਿਹੜੇ ਸਾਡੇ ਯੂਥ ਹਨ ਜਾਂ ਜਿੰਨੇ ਵੀ ਸਾਡੇ ਇੱਕ ਪੜ੍ਹੇ ਲਿਖੇ ਜਾਂ ਸਾਡੀ ਇੱਕ ਸਕਾਲਰ ਨਾਲ ਸਾਡੇ ਸਿਆਣੇ ਬੰਦੇ ਹਨ, ਉਹ ਰਲ ਕੇ ਪਿੱਛੇ ਇਹਨਾਂ ਨੂੰ ਗਾਈਡ ਕਰਨ। ਇਹ ਪੋਲੀਟੀਕਲ ਪਾਰਟੀਆਂ ਇਹਦੇ ਵਿੱਚ ਕੋਈ ਨਹੀਂ, ਕਈ ਵਾਰੀ ਗਲਤ ਤਰੀਕੇ ਨਾਲ ਉਹ ਵੀ ਕੈਸ਼ ਕਰ ਲੈਂਦੀਆਂ ਹਨ। ਅਸੀਂ ਕੈਸ਼ ਹੋਣ ਤੋਂ ਬਚਣਾ। ਰਵਿੰਦਰ ਜੀ, ਜਵਾਨ ਜੀ, ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਰਜਿੰਦਰ ਗੋਗੀ ਜੀ ਜੋ ਬਾਮ ਸੇਫ ਦੇ ਕੋਆਰਡੀਨੇਟਰ ਯੂਕੇ ਦੇ ਹਨ, ਮੈਂ ਤੁਹਾਨੂੰ ਇਹ ਗੱਲ ਇੱਕ ਪੁੱਛਣੀ ਚਾਹੁੰਦਾ ਕਿ ਤੁਹਾਡੀ ਜਿਹੜੀ ਸੰਸਥਾ ਆ ਬਾਮ ਸੇਫ ਆ ਜਿਹੜੀ, ਉਹ ਇਸ ਮੁੱਦੇ ਨੂੰ ਕਿਸ ਤਰ੍ਹਾਂ ਲੈ ਰਹੀ ਆ, ਔਰ ਇੰਗਲੈਂਡ ਦੀ ਧਰਤੀ ਤੇ ਜਾਂ ਯੂਰਪ ਦੀ ਧਰਤੀ ਤੇ ਜਿਹੜਾ ਸਾਡੇ ਲੋਕਾਂ ਨੇ ਕਿਸੇ ਨੇ ਐਵੇਂ ਅੱਖਾਂ ਤੇ ਹੱਥ ਰੱਖ ਕੇ ਬੈਠੇ ਹਨ, ਕੰਨਾਂ ਤੇ ਹੱਥ ਰੱਖ ਕੇ ਬੈਠੇ ਹਨ, ਕੋਈ ਸੁਣ ਨਹੀਂ ਰਿਹਾ, ਕੋਈ ਕੁਛ ਨਹੀਂ ਕਰ ਰਿਹਾ। ਜਿਹੜੀ ਤੁਹਾਡੀ ਪਾਰਟੀ ਆ, ਮੈਂ ਇਸ ਤਰ੍ਹਾਂ ਕਹੂੰਗਾ ਕਿਉਂਕਿ ਤੁਸੀਂ ਉਹਦੇ ਕਨਵੀਨਰ ਆ, ਕਿ ਤੁਸੀਂ ਕੀ ਇੰਗਲੈਂਡ ਦੀ ਧਰਤੀ ਤੇ ਕੁਛ ਕਰ ਰਹੇ ਆ ਜਾਂ ਭਾਰਤ ਦੇਸ਼ ਦੀ ਧਰਤੀ ਤੇ ਕੁਛ ਆਪਣੇ ਤੌਰ ਤੇ ਕਰ ਰਹੇ ਆ? ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਿਹੜਾ ਨਾ ਪ੍ਰੋਟੈਸਟ ਹੋ ਰਿਹਾ ਇੰਡੀਆ ਦੇ ਵਿੱਚ, ਇਹ ਬੀਮਾ ਕੋਰੇਗਾਂਵ ਘਟਨਾ ਦੇ ਰੋਸ ਦੇ ਵਿੱਚ, ਉਹਦੇ ਵਿੱਚ ਲੋਕਾਂ ਦਾ ਗੁੱਸਾ ਆ ਤਾਂ ਪ੍ਰੋਟੈਸਟ ਹੋ ਰਿਹਾ ਜੀ। ਔਰ ਬੀਮਾ 200 ਸਾਲਾਂ ਇਹ ਮਨਾਇਆ ਜਾ ਰਿਹਾ ਸੀਗਾ ਉੱਥੇ, ਕਿ ਸਾਡਾ ਬਾਮ ਸੇਫ ਦਾ ਭਾਰਤ ਮੁਕਤੀ ਮੋਰਚੇ ਦਾ ਸਭ ਤੋਂ ਵੱਡਾ ਉੱਥੇ ਉਸ ਦਿਨ ਰੈਲੀ ਸੀਗੀ ਜੀ। ਉਹ 'ਚ 10 ਲੱਖ ਲੋਕਾਂ ਨੇ ਸ਼ਿਰਕਤ ਕੀਤੀ। ਉਹਦੇ 'ਚ ਮੁਸਲਮਾਨ ਵੀ ਆਏ, ਈਸਾਈ ਵੀ, ਸਾਰੀ ਕਮਿਊਨਿਟੀਆਂ ਸੀ, ਸਿੱਖ ਵੀ ਆਏ ਜੀ, ਬਹੁਤ ਵੱਡੇ। ਇਹ ਪਹਿਲਾਂ ਹੀ RSS ਵੱਲੋਂ ਪਹਿਲਾਂ ਪਲਾਨ ਕੀਤਾ ਗਿਆ ਵੀ ਸਾਰੇ ਕੰਮ ਨੂੰ ਕਿੱਦਾਂ ਫੇਲ ਕੀਤਾ ਜਾਵੇ ਜੀ, ਉਹਦੇ ਲਈ ਸਾਰਾ ਇਹ ਹੋਇਆ ਹੈਗਾ ਜੀ। ਬਾਕੀ ਸਾਡੀ ਹੁਣ ਕੱਲ ਅਸੀਂ ਬੰਦ ਦੀ ਕਾਲ ਦਿੱਤੀ ਸੀਗੀ ਸਾਡੇ ਨੇਤਾ ਬਾਮਨ ਮੇਸ਼ਰਾਮ ਜੀ ਨੇ ਜੀ, ਤੇ ਉਹਦੇ ਕੱਲ 5 ਵਜੇ ਤੱਕ ਮਹਾਰਾਸ਼ਟਰ ਸਾਰਾ ਬੰਦ ਰੱਖਿਆ ਗਿਆ। ਬਾਕੀ ਹਜੇ ਸਾਨੂੰ ਆਲ ਓਵਰ ਕੋਈ ਏਦਾਂ ਦੀ ਕਾਲ ਨਹੀਂ ਆਈ ਹੈਗੀ ਜੀ। ਉਹ ਸਾਡੇ ਵੱਡੀ ਲੀਡਰਸ਼ਿਪ ਜਿਹੜੀ ਸਾਡੇ ਉੱਪਰ ਹੈਗੀ ਆ, ਉਹ ਥੈਂਕ ਯੂ ਜੀ ਤੁਹਾਡਾ, ਉਹਦੀਆਂ ਨਿਰਦੇਸ਼ਾਂ ਦੇ ਅਨੁਸਾਰ ਉਹਨਾਂ ਮੁਤਾਬਕ ਚੱਲੂਗੇ। ਠੀਕ ਹੈ, ਥੈਂਕ ਯੂ, ਤੁਹਾਡਾ ਧੰਨਵਾਦ ਜੀ। ਜਿਸ ਤਰ੍ਹਾਂ ਕਿ ਇਹਨਾਂ ਨੇ ਦੱਸਿਆ ਕਿ ਬਾਮ ਸੇਫ ਵੱਲੋਂ ਜਿਹੜੇ ਕੋਆਰਡੀਨੇਟਰ ਆ, ਪਰ ਲੇਕਿਨ ਬਾਮਨ ਮੇਸ਼ਰਾਮ ਜੀ ਉਹ ਇੱਥੋਂ ਵੀ ਇੰਗਲੈਂਡ ਦੀ ਧਰਤੀ ਤੋਂ ਵੀ ਹੋ ਕੇ ਗਏ ਆ। ਤੇ ਕੱਲ ਦੀ ਮੈਂ ਉਹਨਾਂ ਦੀ ਇੰਟਰਵਿਊ ਵੀ ਸੁਣ ਰਿਹਾ ਸੀ, ਸਿਮਰਜੀਤ ਮਾਨ ਦੀ ਵੀ ਇੰਟਰਵਿਊ ਮੈਂ ਸੁਣ ਰਿਹਾ ਸੀ। ਲੇਕਿਨ ਜਿਹੜੀਆਂ ਵੀ ਪਾਰਟੀਆਂ ਆ ਬੜੇ ਅੱਛੇ ਕੰਮ ਕਰ ਰਹੀਆਂ ਸੀ, ਇਹ ਨਹੀਂ ਕਹਿਣਾ ਵੀ ਅੱਜ ਉਹ ਆਪਣੀ ਲੀਡਰ ਪੁਣਾ ਚਮਕਾਉਣ ਲਈ ਕਰ ਰਹੀਆਂ ਆ। ਤੇ ਕੋਈ ਲੀਡਰ ਪੁਣੇ, ਚਾਹੇ ਮਾਨ ਦੀ ਗੱਲ ਕਰ ਲਓ, ਚਾਹੇ ਬਾਮਨ ਮੇਸ਼ਰਾਮ ਦੀ ਗੱਲ ਕਰ ਲਓ, ਚਾਹੇ ਪ੍ਰਕਾਸ਼ ਅੰਬੇਡਕਰ ਦੀ ਗੱਲ ਕਰ ਲਓ, ਚਾਹੇ ਆਪਣੇ ਜਗਨੇਸ਼ ਦੀ ਗੱਲ ਕਰ ਲਓ, ਸਾਰੇ ਜਿਹੜੇ ਇਸ ਵੇਲੇ ਉਹ ਇੱਕ ਯੂਨਿਟੀ ਦੇ ਤੌਰ ਤੇ ਜਿਹੜਾ ਕੱਲ ਬੰਬੇ ਬੰਦ ਕੀਤਾ ਆ, ਔਰ ਮੁੰਬਈ ਜਿਹੜੀ ਬੰਦ ਕੀਤੀ ਆ, ਉਹਨਾਂ ਸਾਰਿਆਂ ਦੀ ਇੱਕ ਯੂਨਿਟੀ ਹੋਣ ਕਰਕੇ ਉਹ ਬੰਦ ਹੋਇਆ ਕੱਲ। ਤੇ ਅਸੀਂ ਵੀ ਚਾਹੁੰਦੇ ਆ ਕਿ ਜਿਹੜੀਆਂ ਸਾਡੀਆਂ ਸੰਸਥਾਵਾਂ ਬਾਹਰ ਬੈਠੀਆਂ ਭਾਰਤ ਦੇਸ਼ ਦੀ ਧਰਤੀ ਤੋਂ ਬਾਹਰ, ਚਾਹੇ ਉਹ ਯੂਰਪ ਹੈ, ਚਾਹੇ ਇੰਗਲੈਂਡ, ਅਮਰੀਕਾ, ਕੈਨੇਡਾ ਹੈ, ਚਾਹੇ ਦੁਬਈ ਹੈ, ਮਾਸਕਟ ਹੈ, ਜਾਂ ਆਸਟ੍ਰੇਲੀਆ ਹੈ, ਨਿਊਜ਼ੀਲੈਂਡ ਹੈ, ਸਾਡਾ ਵੀ ਫਰਜ਼ ਬਣਦਾ ਆ ਕਿ ਅਸੀਂ ਉਹਨਾਂ ਵੱਲ ਦੇਖ ਕੇ ਨਕਲ ਮਾਰ ਕੇ ਕੁਛ ਕਰ ਲਈਏ ਥੋੜਾ ਬਹੁਤਾ। ਜੇ ਚੰਗੇ ਕੰਮ ਨਹੀਂ ਕਰ ਸਕਦੇ, ਜੇ ਇੰਨੀ ਨਕਲ ਮਾਰ ਕੇ ਵੀ ਜੇ 2-4 ਜਣੇ ਜਾ ਕੇ ਵੀ ਹਾਈ ਕਮਿਸ਼ਨਰ ਦੇ ਬਾਹਰ ਸਿਆਪਾ ਕਰਿਆ ਹੀ ਤੇ ਸ਼ਾਇਦ ਸਾਨੂੰ ਜਿਹੜੇ ਆ ਭਾਰਤ ਦੇਸ਼ ਦੇ ਲੋਕ ਸਾਡੇ ਜਿਹੜੇ ਆ ਉਹ ਮਾਫ ਕਰ ਦੇਣਗੇ। ਤੇ ਮੁੰਡੀ ਜੀ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ? ਇਸ ਤਰ੍ਹਾਂ ਸਰ ਕਿ ਜਿਹੜਾ ਤੁਸੀਂ ਇੱਕ ਆਪਣੇ ਡੈਮੋਨਸਟ੍ਰੇਸ਼ਨ ਕਹਿ ਲਓ ਜਾਂ ਉਹਦੀ ਗੱਲ ਕੀਤੀ ਹੈ, ਉਹ ਤਾਂ ਹੋਣਾ ਚਾਹੀਦਾ ਜੀ। ਉਹਦੇ ਵਿੱਚ ਕਿਸੇ ਕਿਸਮ ਦੀ ਕੁਤਾਹੀ ਨਹੀਂ ਹੋਣੀ ਚਾਹੀਦੀ। ਸਾਰੀ ਸੰਸਥਾ ਨੂੰ ਇਕੱਠੇ ਹੋ ਕਰਕੇ ਇੰਡੀਅਨ ਹਾਈ ਕਮਿਸ਼ਨ ਦੇ ਅੱਗੇ ਬਲਕਿ ਉਹਨਾਂ ਨੂੰ ਮੈਮੋਰੈਂਡਮ ਵੀ ਦੇਣਾ ਚਾਹੀਦਾ, ਉੱਥੇ ਜਾ ਕੇ ਪ੍ਰਦਰਸ਼ਨ ਵੀ ਹੋਣਾ ਚਾਹੀਦਾ, ਕਿਉਂਕਿ ਕੁਝ ਆਵਾਜ਼ ਭਾਰਤ ਦੇਸ਼ ਦੀ ਧਰਤੀ ਤੇ ਸਾਡੇ ਜਿਹੜੇ ਜਿੰਨੇ ਵੀ ਗਵਰਨਮੈਂਟ ਦੇ ਐਗਜ਼ੈਕਟਿਵ ਪਾਵਰਸ ਹੈਗੇ ਉਹਨਾਂ ਨੂੰ ਪਹੁੰਚਣੀ ਚਾਹੀਦੀ ਹੈ ਕਿ ਇਹ ਜਾਤੀ ਹੋ ਰਹੀ ਹੈ, ਔਰ ਇਸ ਜਾਤੀ ਨੂੰ ਰੋਕਣ ਵਾਸਤੇ ਬਾਹਰਲੇ ਜਿਹੜੇ ਬੰਦੇ ਉਹ ਵੀ ਉਨੇ ਜਾਗਰੂਕ ਹੈ ਜਿੰਨੇ ਕਿ ਭਾਰਤ ਵਾਸਤੇ ਸਾਡੀ ਜਿਹੜੀ ਜਨਸੰਖਿਆ ਉਹ ਜਾਗਰੂਕ ਹੈ। ਮੈਂ ਚੌਹਾਨ ਸਾਹਿਬ ਦੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਇੱਕ ਗੱਲ ਜ਼ਰੂਰ ਮੈਂਸ਼ਨ ਕਰਨਾ ਚਾਹੁੰਦਾ ਕਿ ਜਿਹੜੇ 2019 ਦੇ ਇਲੈਕਸ਼ਨ ਆਉਣ ਵਾਲੇ ਆ, ਉਹ ਜਿਹੜਾ ਹਿੰਦੂਤਵ ਏਜੰਡਾ ਹੈਗਾ ਉਹਦੇ ਵਿੱਚ ਉਹਨੇ ਬੜਾ ਕਲੀਅਰ ਕੱਟ ਸਟੈਟਿਸਟਿਕਸ ਨੂੰ ਵਰਕਆਊਟ ਕੀਤਾ ਹੈ। ਸਰ ਇਸ ਤਰ੍ਹਾਂ ਵਰਕਆਊਟ ਕੀਤਾ ਹੈ ਕਿ ਜਿਹੜੇ ਉਹਨਾਂ ਦੇ ਇੱਕ ਜਿਹੜੇ ਹਾਰਡ ਕੋਰ ਜਿਹੜਾ RSS ਦੀ ਭਾਵਨਾ ਮਤਲਬ ਅੰਬਰੇਲਾ ਥੱਲੇ ਆ ਚੁੱਕੇ ਆ, ਉਹ ਬੱਚੇ ਜਿਹੜੇ ਕਿ 2014 ਵਿੱਚ ਜਿਹੜੇ 14 ਔਰ 15 ਸਾਲ ਦੀ ਉਮਰ ਦੇ ਸੀਗੇ, ਉਹ ਹੁਣ ਆਉਣ ਵਾਲੇ 2019 ਦੇ ਇਲੈਕਸ਼ਨ ਵਿੱਚ ਸਟੈਟਿਸਟਿਕਲੀ ਉਹ ਵੋਟਰ ਰਾਈਟ ਦੇ ਵਿੱਚ ਉਹਦੇ ਵਿੱਚ ਆ ਜਾਣਾ ਉਹਨੇ ਜੀ। ਹੁਣ ਉਹਨਾਂ ਦਾ ਇਹ ਸੋਚ ਹੈ ਕਿ ਮੰਨ ਲਓ ਅਗਰ ਉਹ ਬੱਚੇ ਆ, ਉਹ ਤਾਂ ਡੈਫੀਨੇਟਲੀ ਇੱਕ ਹਾਰਡ ਕੋਰ ਵੋਟਰਸ ਹੈ ਉਹਨਾਂ ਦੇ, ਔਰ ਅਗਰ ਜਿਹੜਾ ਸਾਡੀ ਡਿਪਰੈਸ ਕਲਾਸਿਸ ਜਿਹਨੂੰ ਆਪਾਂ ਕਹਿੰਦੇ ਆ ਜਾਂ ਦਲਿਤ ਕਲਾਸਿਸ ਆਪਾਂ ਕਹਿੰਦੇ ਆ, ਦਲਿਤ ਵਰਗ ਕਹਿੰਦੇ ਆ, ਅਗਰ ਉਹਨਾਂ ਦੇ ਉਹ ਜਿਹੜਾ ਵੋਟਰ ਵਰਗ ਹੈ, ਜਿਹੜਾ ਯੁਵਾ ਵਰਗ ਹੈ, ਅਗਰ ਉਹ ਨਹੀਂ ਵੀ ਵੋਟ ਦਿੰਦਾ ਤਾਂ ਸਾਨੂੰ ਉਹਦਾ ਕੋਈ ਫਰਕ ਨਹੀਂ ਪੈਣ ਵਾਲਾ।
ਕਿਉਂਕਿ ਸਾਡੇ ਜਿਹੜੇ ਦੂਜੇ ਵੋਟਰ ਜਿਹੜੀ ਇੱਕ ਲਾਈਨ ਆਲਰੇਡੀ ਹੋ ਚੁੱਕੀ ਹੈ। ਇਸ ਕਰਕੇ ਅਗਰ ਉਹਨੂੰ ਅਸੀਂ ਦਬਾ ਵੀ ਦਿੰਦੇ ਹਾਂ, ਅਗਰ ਅਸੀਂ ਉਸ ਯੁਵਾ ਵਰਗ ਨੂੰ ਦਬਾ ਵੀ ਦਿੰਦੇ ਹਾਂ ਤੇ ਸਾਨੂੰ ਕੋਈ ਫਰਕ ਨਹੀਂ ਪੈਣ ਵਾਲਾ। ਇਹ ਵਾਲੀ ਇੱਕ ਬਹੁਤ ਗਲਤ ਸੋਚ ਹੈ, ਔਰ ਇਸ ਸੋਚ ਨੂੰ ਅਗਰ ਉਹਨੂੰ ਲੈ ਕੇ ਅੱਗੇ ਚਲੇ ਤੇ ਸਾਡੇ ਆਉਣ ਵਾਲੇ ਜਿਹੜਾ ਯੁਵਾ ਵਰਗ ਹੈ ਉਹਦਾ ਬਹੁਤ ਬੁਰਾ ਹਾਲ ਹੋਏਗਾ। ਔਰ ਇਹਦੇ ਵਾਸਤੇ ਜਿਹੜੀ ਐਗਜ਼ੈਕਟਿਵ ਪਾਵਰ ਹੈ, ਜਿਹੜੀ ਸਾਡੇ ਦੇਸ਼ ਦਾ ਜਿਹੜਾ ਇੱਕ ਸਿਸਟਮ ਹੈ ਗਵਰਨਮੈਂਟ ਦਾ, ਉੱਥੇ ਤੱਕ ਆਵਾਜ਼ ਪਹੁੰਚਾਉਣਾ ਬਹੁਤ ਜ਼ਰੂਰੀ ਹੈ ਕਿ ਸਾਡੇ ਵੀ ਕਨਸਟੀਟਿਊਸ਼ਨ ਉਨੇ ਹੀ ਰਾਈਟਸ ਹੈਗੇ, ਚਾਹੇ ਉਹ ਰਾਈਟ ਟੂ ਐਜੂਕੇਸ਼ਨ ਹੈ, ਚਾਹੇ ਉਹ ਰਾਈਟ ਟੂ ਫਰੀडम ਹੈ, ਚਾਹੇ ਉਹ ਸਾਡੇ ਇੱਕ ਸਾਰੇ ਹਕੂਕ ਹੈ। ਇਹਦੇ ਵਾਸਤੇ ਸਾਨੂੰ ਉਹਦੇ ਤੇ ਪਹਿਰਾ ਦੇਣ ਦੀ ਜ਼ਰੂਰਤ ਹੈ, ਔਰ ਸਾਨੂੰ ਦੱਸਣਾ ਪੈਣਾ ਕਿ ਅਸੀਂ ਉਹਦੇ ਪਹਿਰੇਦਾਰ ਹੈਗੇ ਹਾਂ। ਅਸੀਂ ਇਸ ਗੱਲ ਨੂੰ ਬਿਲਕੁਲ ਨਹੀਂ ਭੁੱਲ ਸਕਦੇ ਕਿ ਸਾਡੇ ਅਧਿਕਾਰਾਂ ਦਾ ਵਾਇਲੇਸ਼ਨ ਹੋਵੇ, ਸਾਡੇ ਰਾਈਟਸ ਦਾ ਵਾਇਲੇਸ਼ਨ ਹੋਵੇ। ਅਗਰ ਇਹ ਹੋ ਰਿਹਾ ਹੈ ਤੇ ਇਹਨੂੰ ਬੰਦ ਕਰਨਾ ਪਵੇ। ਥੈਂਕ ਯੂ ਵੈਰੀ ਮਚ ਜੀ। ਜਿਸ ਤਰ੍ਹਾਂ ਸ਼ਹੀਦ ਭਗਤ ਸਿੰਘ ਨੇ ਕਿਹਾ ਸੀ ਕਿ ਕਹਿੰਦਾ ਮੈਂ ਦੁਸ਼ਮਣਾਂ ਦੇ ਨਾਲ ਲੜਦਾ ਰਿਹਾ ਬਾਹਰ ਤੇ ਬਾਹਰਲੇ ਦੁਸ਼ਮਣਾਂ ਨਾਲ। ਕਹਿੰਦਾ ਜਿਹੜੇ ਦੁਸ਼ਮਣ ਅਸਲੀ ਦੁਸ਼ਮਣ ਸਵਰਨ ਜਿਹੜੇ ਸੀਗੇ ਮੇਰੇ ਦੇਸ਼ ਦੇ ਵਿੱਚ ਸੀਗੇ, ਤੇ ਕਹਿੰਦਾ ਕੱਲੇ ਨੇ ਬਾਬਾ ਸਾਹਿਬ ਨੇ ਉਹਨਾਂ ਨਾਲ ਪੰਗਾ ਲਿਆ, ਬਾਬਾ ਸਾਹਿਬ ਨੇ ਉਹਨਾਂ ਦਾ ਮੁਕਾਬਲਾ ਕੀਤਾ। ਕਹਿੰਦਾ ਜੇ ਮੈਂ ਜੇਲ੍ਹ ਚੋਂ ਛੁੱਟ ਕੇ ਆ ਗਿਆ ਤਾਂ ਮੈਂ ਬਾਬਾ ਸਾਹਿਬ ਦੇ ਨਾਲ ਕੰਮ ਕਰੂੰਗਾ। ਇਹ ਸ਼ਹੀਦ ਭਗਤ ਸਿੰਘ ਦੇ ਬਿਆਨ ਆ। ਤੇ ਇਸ ਦੇ ਬਾਰੇ ਆਪਣੇ ਡਾਕਟਰ ਸਾਹਿਬ ਤੁਸੀਂ ਡਿਟੇਲ ਦੇ ਵਿੱਚ ਹੋਰ ਕੀ ਕਹਿਣਾ ਚਾਹੁੰਦੇ ਹੋ ਕਿ ਸਾਨੂੰ ਕਿੱਥੇ ਤੱਕ, ਜੇ ਲੀਡਰਸ਼ਿਪ ਦੀ ਗੱਲ ਕਰੀਏ, ਜਿਹੜੇ ਦੋ ਛੋਟੇ ਛੋਟੇ ਸਾਡੇ ਜਿਹੜੇ ਮਿਨਿਸਟਰ ਆ ਜਾਂ ਉਹ ਲੀਡਰ ਨਹੀਂ ਹੈਗੇ, ਸਾਡੇ ਕੋਈ ਲੀਡਰ ਹੈ ਜਿਸ ਤਰ੍ਹਾਂ ਭੈਣ ਮਾਇਆਵਤੀ ਕਹਿ ਸਕਦੇ ਸਾਡੀ ਪਾਰਟੀ ਦੀ, ਜਦੋਂ ਅਸੀਂ ਗੱਲ ਕਰਦੇ ਕਿਤੇ ਵੀ ਜਾਂ ਬਾਮ ਸੇਵ ਦੀ ਗੱਲ ਕਰਦੇ ਆ ਤਾਂ ਉੱਥੇ ਸਾਡੇ ਬਾਮਨ ਮੇਸ਼ਰਾਮ ਜੀ ਹੈਗੇ ਆ। ਜਿਸ ਤਰ੍ਹਾਂ ਆਪਣੇ ਹੋਰ ਵੀ ਲਾ ਲਓ ਜਿਨ੍ਹਾਂ ਦਾ ਨਾਮ ਹੈ, ਕਈ ਨਹੀਂ ਨਾਂ ਲਿਆ ਹੋ ਸਕਦੇ ਕਿ ਯਾਰੀ ਉਹਨਾਂ ਦੇ ਉਹ ਲੀਡਰ ਹੋਣ ਦੇ ਨਾਤੇ ਅੱਜ ਮੈਂ ਮਹਾਰਾਸ਼ਟਰ ਦੇ ਵਿੱਚ ਸਾਡਾ ਜੇ ਉਹਨੂੰ ਲੀਡਰ ਜਿਹੜਾ ਮਿਨਿਸਟਰ ਹੀ ਇੱਕ ਤਰ੍ਹਾਂ ਦਾ, ਉਹ ਵੀ ਉਸਨੇ ਕਹਿਤਾ ਮਰਾਠਿਆਂ ਨੂੰ ਵੀ ਇੰਨਾ ਦੁਆ ਦੇ ਦੇਣਾ ਚਾਹੀਦਾ ਆ ਜਿਹੜਾ ਰਿਜ਼ਰਵੇਸ਼ਨ ਆ। ਤੇ ਸਾਡਾ ਉਹ ਕਾਹਦਾ ਹੋ ਗਿਆ ਲੀਡਰ, ਜਾਂ ਸਾਡਾ ਮਿਨਿਸਟਰ ਕਾਹਦਾ ਹੋ ਗਿਆ ਜਿਹੜਾ ਸਟੇਜ ਦੇ ਪਾਰਲੀਮੈਂਟ ਦੇ ਅੰਦਰ ਹੋਏ ਕਹਿ ਰਿਹਾ ਹੈ ਬਿੱਲ ਦੇ ਵਿੱਚ। आपकी बात को आगे ले जाने से पहले मैं एक बहुत ही इंटरेस्टिंग बात अपने ऑडियंस से कहना चाहूंगा कि आप सब लोगों ने खास तौर पर हमारे जो पंजाबी भाई है, इन्होंने वो गुरु गोविंद सिंह जी का वो जो वाक्य है कि चिड़ियों के संग बाज लड़ाओ और 1.25 लाख से एक लड़ाओ, वो तो सुना होगा। लेकिन आपको शायद पता नहीं होगा कि जो कहावत है कि मराठी में एक कहावत है महाराष्ट्र में कि मैंने तेरे जैसे अब तक 56 देखे हैं। तो ये जो कहावत है, और इतना ही नहीं, हमारे जो पंतप्रधान हैं मोदी, वो जो बार बार कहते हैं 56 इंच का सीना, तो ये बात कहाँ से निकली है? अगर आप 28,000 को 500 से अगर डिवाइड करते हो 56 आते तो जो आता है वो 56 का आंकड़ा। तो ये बात जल्द निकली और अभी तक वो मूवी भी निकली अब तक 56 वगैरह। तो देखिए ये जज्बा हमारे लोगों में था, है और रहेगा। लेकिन ये जज्बे के रहने के बावजूद अगर नई जो पेशवाई या जो मनुवादी निजाम जो है वो बार बार हमको मात दे रहा है, और आप जैसा कह रहे हैं कि जो भाई उन्होंने ओबीसीओ को और मराठों को भी रिजर्वेशन उनको इनकार कर दिया, गुर्जरों को और पटेलों को भी वो झुला रहे हैं। तो इसकी वजह ये है कि देखिए वो भी कोई एक मुश्त नहीं है, वो भी ब्राह्मणों में 1500 जातियां हैं, लेकिन वो आपस में नहीं लड़ते। उनमें एक इत्तेफाक है, उनमें एक कोऑर्डिनेशन है, यूनैनिमिटी है। अब देखिए हमारे सारे जो नेता है, जितने आप जिनके नाम आपने गिनाए, और इनके सारे जो पार्टीज है, अगर ये अभी कल जब ये भीमा कोरेगांव की बात चल रही है तो कल तय होने वाला है कि लालू प्रसाद यादव को जेल भेजा जाए, कितने सालों की जेल दी जाए। तो देखिए ये मुद्दा उधर चला गया। अब लालू जो कि शुद्रा है और ओबीसी नेता है, तो उनको चाहिए कि वो सारे बहुजन समाज के SC ST OBC सारे मिलकर एक ऐसी फ्रंट बनाए जिससे इस मनुवादी निजाम को मुंह तोड़ जवाब दिया जा सके। लेकिन अगर विचारों में एकता नहीं है तो आप भले ही कितनी भी पार्टियां बनाओ, आप में कितने भी दबंग नेता हो और आपका कितना भी बड़ा नेता पूरे देश का पंतप्रधान भी बन जाए, तो आपकी हालत ऐसी ही रहेगी। इसको हमको देखना पड़ेगा। विचारों में एकता बहुत इंपॉर्टेंट बात है, यूनानिमिटी और कोऑर्डिनेशन एक बात है। एक ते जाना है। रजिंदर जी तुसी की कहना चाਹੁੰਦੇ ਇਸ ਵਿਚਾਰ ਜੋ ਆਪਾਂ ਗੱਲਬਾਤ ਕਰ ਰਹੇ ਇਸ ਦੇ ਬਾਰੇ ਕਿ ਸਾਡੇ ਕੋਲ ਲੀਡਰ ਪੁਣੇ ਦੀ ਕਮੀ ਆ ਕਿ ਅਸੀਂ ਨੇ ਚੰਗੇ ਜਿਹੜੇ ਅਸੀਂ ਜਾਂ ਦੂਸਰੇ ਪਾਸੇ ਵੋਟਾਂ ਪਾ ਦਿੰਨੇ ਆ, ਜਾਂ ਸਾਡੇ ਜਿਹੜੇ ਮੇਨ ਲੀਡਰ ਆ ਉਹ ਨਹੀਂ ਚੰਗੇ ਕਿ ਸਾਨੂੰ ਕੁਝ ਲੈ ਕੇ ਨਹੀਂ ਦਿੰਦੇ, ਕੁਝ ਬਣਾ ਕੇ ਨਹੀਂ ਦਿੰਦੇ। ਇਸ ਟਾਈਮ ਇੰਡੀਆ ਦੀ ਪਾਰਲੀਮੈਂਟ ਦੇ ਵਿੱਚ 131 MP ਆ ਜੀ, ਸ਼ਡਿਊਲਡ ਕਾਸਟ ਤੇ ਸ਼ਡਿਊਲਡ ਟ੍ਰਾਈਬ, ਰਾਈਟ ਜੀ। ਉਹ ਪੰਜਾਬੀ ਚ ਇਹਨਾਂ ਨੂੰ ਕਾਂਗਰਸ BJP ਬ੍ਰਾਹਮਣਵਾਦੀ ਪਾਰਟੀਆਂ ਦੇ ਦਲਾਲ ਕਹਿ ਲਓ। ਸਿਰਫ ਉਹਨਾਂ ਦੇ ਉਹ ਆਪ ਪ੍ਰੈਜ਼ੀਡੈਂਟ ਨਹੀਂ ਕਰਦੇ, ਉਹਨਾਂ ਨੂੰ ਜਿੱਦਾਂ ਉਹਨਾਂ ਦੇ ਹੁਕਮ ਨਾਲ ਚੱਲਦੇ ਆ, ਮਤਲਬ ਉਸੇ ਤਰ੍ਹਾਂ ਹੀ ਗੱਲ ਕਰਦੇ। ਉਹ ਸਾਡੀ ਕਦੀ ਵੀ ਗੱਲ ਉੱਥੇ ਜਾ ਕੇ ਨਹੀਂ ਰੱਖਣਗੇ। ਉਹਨਾਂ ਨੂੰ ਆਪਣੀ ਕੁਰਸੀ ਦਾ ਡਰ ਪੈ ਜਾਂਦਾ ਹੈਗਾ ਜੀ, ਆਪਣੀਆਂ ਚੇਅਰਮੈਨੀਆਂ ਜਾਂਦੀਆਂ ਦਿਸਦੀਆਂ ਤਾਂ ਕਰਕੇ ਆ। ਬਾਕੀ ਇੱਕ ਗੱਲ ਜ਼ਰੂਰ ਆ, ਉੱਥੇ ਜਿਹੜਾ ਇੰਡੀਆ ਦਾ ਮੀਡੀਆ ਬ੍ਰਾਹਮਣਵਾਦੀ ਮੀਡੀਆ ਨਾ, ਉਹ ਸਾਡੀ ਗੱਲ ਬਹੁਤ ਮੈਨੀਪੂਲੇਟ ਕਰਕੇ ਉਹ ਦਿਖਾ ਰਿਹਾ ਸਾਨੂੰ ਵੀ ਤੁਸੀਂ ਹਿੰਦੂਆਂ ਦੇ ਵਿੱਚ ਡਿਵਾਈਡੇਸ਼ਨ ਕਰ ਰਹੇ ਹੋ ਜੀ।
ਪਰ ਸਾਡੇ ਕਾਂਸ਼ੀ ਟੀਵੀ ਦੀ ਰਿਸਪੌਂਸਿਬਿਲਿਟੀ ਬਣਦੀ ਆ ਵੀ ਸਾਨੂੰ ਇਸ ਤਰ੍ਹਾਂ ਉਹਦਾ ਕੰਡੈਮ ਉਹਦੇ ਅਗੇਂਸਟ ਦੱਸਣਾ ਚਾਹੀਦਾ ਵੀ ਅਸੀਂ ਹਿੰਦੂਆਂ ਦੇ ਵਿੱਚ ਅਸੀਂ ਜਾਤੀ ਅਸੀਂ ਨਹੀਂ ਪੈਦਾ ਕੀਤੀ। ਇਹ ਤਾਂ ਰਜਿੰਦਰ ਜੀ ਤੁਹਾਨੂੰ ਪਤਾ ਹੀ ਹੈ, ਇਹ ਤਾਂ ਹਿਸਟਰੀ ਦੇ ਵਿੱਚ ਆ, ਹਿਸਟਰੀ ਗਵਾਹ ਆ। ਤੇ ਬਾਬਾ ਜੇ ਇਸ ਤਰ੍ਹਾਂ ਦੀ ਗੱਲ ਜੇ ਅਸੀਂ ਕਰਦੇ ਹੁੰਦੇ ਤਾਂ ਬਾਬਾ ਸਾਹਿਬ ਨੂੰ ਇਹ ਲੜਾਈਆਂ ਕਰਨ ਦੀ ਕੀ ਲੋੜ ਸੀਗੀ? ਇਹ ਤਾਂ ਸਾਡੇ ਉੱਤੇ ਤਸ਼ੱਦਦ ਕਰਦੇ ਰਹੇ, ਕਿਉਂਕਿ ਅਸੀਂ ਬ੍ਰੇਕ ਤੇ ਜਾਣਾ ਆ। ਬ੍ਰੇਕ ਤੋਂ ਬਾਅਦ ਅਸੀਂ ਤੁਹਾਡੀਆਂ ਲਾਈਵ ਕਾਲਾਂ ਲੈਣੀਆਂ ਆ। ਤੇ ਸਾਡੇ ਕੋਲ ਜਿਨ੍ਹਾਂ ਨੇ ਪਿਛਲੇ ਹਫ਼ਤੇ ਅੰਮ੍ਰਿਤ ਬਾਣੀ ਦੇ ਜਾਪ ਲਿਖਾਏ ਆ, ਪਲੀਜ਼ ਉਹ ਆਪਣੇ ਆਪਣੇ ਪੈਸੇ ਅਕਾਊਂਟ ਦੇ ਵਿੱਚ ਜ਼ਰੂਰ ਪਾ ਦੇਣ। ਤੇ ਇਸ ਵੀਕ ਜਿਹੜਾ ਕੇਵਲ ਸਿੰਘ ਜਿਹੜੇ ਸਾਡੇ ਸਾਊਥ ਹਾਲ ਤੋਂ, ਉਹਨਾਂ ਨੇ ਇੱਕ ਜਾਪ ਦੀ ਸੇਵਾ ਲਈ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਆਓ ਅਸੀਂ ਬ੍ਰੇਕ ਤੇ ਜਾ ਰਹੇ ਹਾਂ, ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਜੈ ਗੁਰਦੇਵ, ਜੈ ਭੀਮ, ਜੈ ਵਾਲਮੀਕੀ। ਜੈ ਗੁਰਦੇਵ, ਜੈ ਵਾਲਮੀਕੀ, ਜੈ ਭੀਮ। ਬ੍ਰੇਕ ਤੋਂ ਬਾਅਦ ਤੁਹਾਡੇ ਰੂਬਰੂ ਹੋ ਰਹੇ ਹਾਂ। ਤੇ ਸਾਡਾ ਜਿਹੜਾ ਟੈਲੀਫੋਨ ਦੀ ਨੰਬਰ ਹੈ 020857155105। ਤੁਸੀਂ ਇਸ ਤੇ ਲਾਈਵ ਕਾਲ ਕਰਕੇ ਆਪਣੇ ਵਿਊ ਦੇ ਸਕਦੇ ਹੋ। ਤੇ ਜਿਸ ਤਰ੍ਹਾਂ ਅਸੀਂ ਗੱਲ ਚੱਲ ਰਹੀ ਹੈ ਸਾਡੀ ਕਿ ਇਸ ਤੇ ਕੀ ਭਾਰਤ ਦੇਸ਼ ਦੀ ਧਰਤੀ ਤੇ ਹੋ ਰਿਹਾ, ਲੇਕਿਨ ਮੈਂ ਇੱਥੇ ਅੱਜ ਸਾਡੇ ਪੈਨਲ ਦੇ ਵਿੱਚ ਅਸੀਂ ਪਹਿਲਾਂ ਵਿੱਚ ਬ੍ਰੇਕ ਦੇ ਗੱਲ ਕਰਦੇ ਸੀ ਕਿ ਭਾਰਤ ਦੇਸ਼ ਦੀ ਧਰਤੀ ਤੇ ਤਾਂ ਯੂਨਿਟੀ ਹੋ ਗਈ ਆ, ਇਕੱਠੇ ਹੋ ਗਏ ਸਾਰੇ, ਜਗ੍ਹਾ ਜਗ੍ਹਾ ਤੇ ਪ੍ਰੋਟੈਸਟ ਹੋ ਰਹੇ ਆ। ਲੇਕਿਨ ਜਿਹੜੀ ਸਾਡੇ ਬਾਹਰਲੇ ਲੋਕ ਅਸੀਂ ਬੈਠੇ ਆ, ਚਾਹੇ ਮੈਂ ਹੋਵਾਂ, ਚਾਹੇ ਤੁਸੀਂ ਹੋਵੋ, ਚਾਹੇ ਵਿਊਅਰ ਹੋਣ, ਕੋਈ ਵੀ ਜਿਹੜੇ ਬਾਹਰਲੇ ਆ,
ਸਾਡੇ ਵਿੱਚ ਯੂਨਿਟੀ ਹਾਲੇ ਤੱਕ ਨਹੀਂ। ਇਹ ਮੇਰੇ ਘਰ ਦਾ ਮੁੱਦਾ ਨਹੀਂ, ਤੁਹਾਡੇ ਘਰ ਦਾ ਮੁੱਦਾ ਨਹੀਂ, ਕੌਮ ਦਾ ਮੁੱਦਾ ਆ। ਜੇ ਕੌਮ ਦੇ ਮੁੱਦੇ ਦੇ ਵਿੱਚ ਵੀ ਅਸੀਂ ਪਿੱਛੇ ਰਹਿਣਾ ਆ ਤੇ ਫਿਰ ਮੇਰਾ ਖਿਆਲ ਵੇ ਸਾਨੂੰ ਇਹਨਾਂ ਚੀਜ਼ਾਂ ਦੇ ਉੱਤੇ ਗੱਲ ਕਰਨ ਦਾ ਫਾਇਦਾ ਨਹੀਂਗਾ ਕੋਈ ਵੀ ਹੈਗਾ। ਤੇ ਅਸੀਂ ਡਾਕਟਰ ਜੀ ਤੁਹਾਡੇ ਜਾਤੇ ਪੁੱਛਦੇ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਯੂਨਿਟੀ ਦੇ ਬਾਰੇ, जिदा भी आप कर रहे हैं आपका की करना चाहिए इसके बारे में? सबसे पहले मैं आपका धन्यवाद अदा करता हूँ कि आपने ये जो प्रोग्राम रखा है जिसमें कौम की बात जो है ये बात आप चलाते हैं। हर बार हम लोगों को सारे लोगों को बुलाते हैं और इस बात से फिर कौम को इकट्ठा करने की जो पहल है ये शुरू हो चुकी है और इसके लिए आपका और काशी टीवी का धन्यवाद। देखिए यूनिटी सबसे पहले दिमाग में पैदा होती है और बाद में रियल लाइफ में आती है। तो हमारी यूनिटी मिसाल के तौर पे अभी जो घटना हुई है भीमा कोरेगांव की, उसके रिएक्शन में हम लोगों ने जो डॉक्टर जी कॉल ले लीजिए जी। हेलो जयदेव जी। हेलो जयदेव जी। देव जी हाँ जी सरपंच जी की कहना चाहते हो? मैं बहुत सुना अभी ना मुद्दा रखा जी प्रोग्राम बड़ा कहना कि शॉर्टकट ही करूंगा क्योंकि जो अपने प्रोटेस्ट भी जो पंजाब हो रहा है उन्होंने काफी असर पैदा ਤੇ ਗਾਹਾਂ ਆਪਾਂ ਨੂੰ ਜਿਹੜਾ ਮੇਨ ਜਿਹੜੀ ਆਪਾਂ ਗੱਲ ਕੀਤੀ ਆ ਫਿਰ ਸਾਡੀ ਗਲਤੀ ਆ ਕਿ ਮਿਨਿਸਟਰਾਂ ਦੀ ਇਹ ਗਲਤੀ ਵੀਰੋ ਸਾਡੀ ਅਸੀਂ ਵੋਟਾਂ ਪਾ ਕੇ ਇਹਨਾਂ ਨੇ ਮੁੜ ਕੇ ਮਿਹਨਤਾਂ ਕਰਦੇ ਪਏ ਤੇ ਸਾਨੂੰ ਕੋਈ ਮਿਨਿਸਟਰ ਇਹੋ ਜਿਹਾ ਚੰਗਾ ਗਾਹਾਂ ਵੋਟਾਂ ਉਹਨੂੰ ਪਾਉਣੀ ਚਾਹੀਦੀਆਂ ਜਿਹੜਾ ਸਾਡੀ ਕੋਈ ਸੁਣਵਾਈ ਕਰੇ। ਅਦਰਵਾਈਜ਼ ਸਾਡੀ ਸੁਣਵਾਈ ਨਹੀਂ ਕਰਦਾ ਗਾਹਾਂ ਚਲ ਜਾਂਦੇ ਮੁੜ ਕੇ ਚਿਹਰਾ ਲੈ ਕੇ ਬਹਿੰਦੇ ਤਾਂ ਤੂੰ ਕੌਣ ਮੈਂ ਕੌਣ। ਤੇ ਆਪਾਂ ਨੂੰ ਇਹੀ ਗਾਹਾਂ ਵੋਟਾਂ ਦੇ ਉੱਤੇ ਜ਼ਰੂਰ ਕੰਟਰੋਲ ਕਰਨਾ ਚਾਹੀਦਾ। ਇਹ ਕੀ ਆਪਣੀ ਭਲਾਈ ਹੈ। ਥੈਂਕ ਯੂ ਜੈਕਦੇਵ ਜੀ। जिस भी मेरे वीर भैन भरा ने कॉल करनी है अपना टेलीविजन जरूर बंद करके करे ते साडा प्रोग्राम चंगा है जां की है इस दे बारे जिहड़ा 2 मिनट जां 1 सेकंड जां 5 सेकंड लाउंदे आ वो आपां जिहड़े कम्यूनिटी दे जिहड़ा लिंक है ਉਹਦੇ ਵਿੱਚ ਆਪਾਂ ਗੱਲ ਕਰਨੀ ਆ। ਤੇ जिस तरह सरपंच जी ने भी दस्सिया कि साडे मिनिस्टर जां ਕਿਹੜੇ ਲੀਡਰ ਨੂੰ ਅਸੀਂ ਵੋਟ ਪਾਈਏ ਕੀ ਉਹ ਲਿਖ ਕੇ ਦੇ ਦੂਗਾ ਉਹ ਚੰਗਾ ਨਿਕਲੂਗਾ ਪਾਰਲੀਮੈਂਟ ਦੇ ਵਿੱਚ ਜਾ ਕੇ ਕਿ ਉਹ ਇਹ ਨਹੀਂ ਕਹੂਗਾ ਮੈਂ ਉਹਨਾਂ ਦੂਸਰਿਆਂ ਦੀ ਬੋਲੀ ਨਹੀਂ ਬੋਲਣੀ ਜਿਨ੍ਹਾਂ ਦੇ ਵਿੱਚ ਜਾ ਕੇ 500 ਜਾਂ 300 ਜਾਂ 400 ਬੰਦੇ 'ਚ ਜਾ ਕੇ ਉਹਨੂੰ ਬੈਠਣਾ ਹਰ ਵੇਲੇ ਕਿ ਉਹ ਉਹਨਾਂ ਦੀ ਬੋਲੀ ਬੋਲੂ ਕਿ ਸਾਡੀ ਬੋਲੂਗਾ कि वो साहब तो हो नहीं सकता वो साडे जेडे बाबा साहब तो हो नहीं सकते कि जेडे इस तरह की गल कर देन कि अपना सारा कुछ ठकरा देन घर भी छड्ड देन ते जाके वो कह देन बई असीं चैलेंज करदे आ मेरी कौम दे उत्ते भारी पई तां मैं मोहरे खड़ा होऊंगा। ते हाँ जी अपने डॉक्टर जी तुसीं उन गल नूं अपनी पूरा कर लो जाते हैं। हाँ आपने आप जब बात बता रहे थे दोपहर को मेरी एक हमारे ज्येष्ठ अम्बेडकरवादी विचारक है यूके के उनसे बात चल रही थी। एनिहिलेशन ऑफ कास्ट में बाबा साहब ने जो रोम में जिस प्रकार के 2 गुट हुआ करते थे प्लेबियंस और पैट्रियार्क तो उसका थैंक यू डॉक्टर जी। ਅਸੀਂ ਇਦਾਂ ਕਰਾਂਗੇ ਜਿਹੜੇ 10 ਮਿੰਟ ਆ ਉਹ ਆਪਾਂ ਆਪਣੀ ਵਿਚਾਰ ਤੇ ਰੱਖਾਂਗੇ ਆਪਾਂ ਕੋਲਾ ਲੈ ਲਈਏ। ਹਾਂਜੀ ਹੈਲੋ ਜੈਕਦੇਵ ਜੀ। ਜੈ ਗੁਰਦੇਵ ਜੀ ਧੰਨ ਗੁਰਦੇਵ ਮਹਾਰਾਜ। ਹਾਂਜੀ ਵੀਰ ਜੀ ਕੌਣ ਤੇ ਕਿੱਥੋਂ ਬੋਲ ਰਹੇ ਜੀ? ਮੇਰਾ ਨਾਮ ਰੂਪਲਾਲ ਪੰਗੜ ਹੈ ਜੀ। ਹਾਂਜੀ ਰੂਪਲਾਲ ਜੀ ਕੀ ਕਹਿਣਾ ਚਾਹੁੰਦੇ ਹੋ? ਆਪਾਂ ਨੂੰ ਜੀ ਭਾਜੀ ਇਹ ਪ੍ਰੋਟੈਸਟ ਕਰਨ ਦੀ ਬਹੁਤ ਆਪਾਂ ਨੂੰ ਜ਼ਰੂਰਤ ਹੈ ਜੀ। ਇੱਥੇ ਹਾਈ ਕਮਿਸ਼ਨਰ ਦੇ ਜਾ ਕੇ ਆਪਾਂ ਨੂੰ ਲੰਡਨ ਜਾਣਾ ਪਊਗਾ ਜੀ ਤੇ ਉੱਥੇ ਜਾ ਕੇ ਆਪਾਂ ਨੂੰ ਪ੍ਰੋਟੈਸਟ ਕਰਨਾ ਚਾਹੀਦਾ ਇਹਨਾਂ ਦੇ ਪਟੇਕਾ ਹੋਣਾ ਚਾਹੀਦਾ ਇਹਨਾਂ ਦਾ ਸਾਰੇ ਸਾਹਮਣੇ ਜੀ। ਹਾਂਜੀ ਠੀਕ ਹੈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਤੇ ਦੇਖੋ ਜਿਹੜਾ ਆਪਾਂ ਕਹਿੰਦੇ ਆ ਕਿ ਜਿਹੜਾ ਸਾਨੂੰ ਪ੍ਰੋਟੈਸਟ ਕਰਨਾ ਚਾਹੀਦਾ ਆ ਇਸ ਦੇ ਲਈ ਕਿਸੇ ਨਾ ਕਿਸੇ ਨੂੰ ਆ ਕੇ ਝੰਡਾ ਫੜਨਾ ਪਊ ਕਿਸੇ ਨਾ ਕਿਸੇ ਨੂੰ ਆ ਕੇ ਅੱਗੇ ਆਉਣਾ ਪਊਗਾ ਤਾਂ ਜਾ ਕੇ ਉਸ ਦੇ ਜਿਹੜਾ ਪ੍ਰੋਟੈਸਟ ਦੀ ਵੀ ਜਿਹੜੀ ਕਾਰਵਾਈ ਕੀਤੀ ਜਾ ਸਕਦੀ ਆ ਕਿਉਂਕਿ ਗਵਰਨਮੈਂਟਾਂ ਤੋਂ ਟਾਈਮ ਵੀ ਲੈਣ। ਹੈਲੋ ਜੈਕਦੇਵ ਜੀ। ਹੈਲੋ ਜੈਕਦੇਵ ਜੀ ਪਲੀਜ਼ ਦੇਖੋ ਤੁਹਾਡਾ ਟੈਲੀਵਿਜ਼ਨ ਚੱਲ ਰਿਹਾ ਤੇ ਮੈਂ ਗੱਲ ਕਿੱਦਾਂ ਤੁਹਾਡੇ ਨਾਲ ਕਰੂੰਗਾ ਪਲੀਜ਼ ਮੈਂ ਤੁਹਾਨੂੰ ਰਿਕੁਐਸਟ ਕੀਤੀ ਹੱਥ ਜੋੜ ਕੇ ਦੋਨੇ ਕਰਦਾ ਕਿ ਪਿੱਛੋਂ ਜਿਹੜੇ ਆਪਣੇ ਆ ਨਾ ਟੈਲੀਵਿਜ਼ਨ ਬੰਦ ਕਰਕੇ ਕਾਲ ਕਰੋ ਨਹੀਂ ਤਾਂ ਕਾਲ ਡ੍ਰੌਪ ਹੋ ਜਾਏਗੀ ਤੇ ਤੁਹਾਡਾ ਵੀ ਟਾਈਮ ਵੇਸਟ ਹੋਵੇਗਾ ਸਾਡਾ ਵੀ ਟਾਈਮ ਵੇਸਟ ਹੋਵੇਗਾ। ਹੈਲੋ ਜੈਕਦੇਵ ਜੀ। ਹੈਲੋ ਜੈਕਦੇਵ ਜੀ। मैं राजचंद्र बोल हाँ जी बंगड़ जी की कहना चाहते हो? बस हाँ जी रमेश। हाँ जी हाँ जी हाँ जी जय गुरदेव। पहले तो ਜਿਹੜਾ ਪ੍ਰੋਟੈਸਟ ਕੀਤਾ ਉਹ ਰਾਈਟ ਸੀਗਾ ਰਾਈਟ ਕਿ ਆਪਾਂ ਨੂੰ ਇਦਾਂ ਚੀਜ਼ਾਂ ਹੋਣੀਆਂ ਚਾਹੀਦੀਆਂ। ਹੁਣ ਇੱਥੇ ਕਿੱਦਾਂ ਆਪਾਂ ਡੈਮੋਨਸਟ੍ਰੇਸ਼ਨ ਕਰਨੀ ਆ ਜਾਂ ਨਹੀਂ ਕਰਨੀ ਰਾਈਟ ਇਹਦੇ ਬਾਰੇ ਵੀ ਥੋੜਾ ਆਪਣੀ ਕਮਿਊਨਿਟੀ ਸਾਰੀ ਕਮਿਊਨਿਟੀ ਸੋਚਣ ਕਿ ਆਪਾਂ ਨੂੰ ਇੱਥੇ ਲੰਡਨ ਪ੍ਰੋਟੈਸਟ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ। ਮੇਰਾ ਵਿਊ ਆ ਕਿ ਕਰਨੀ ਚਾਹੀਦੀ। ਦੂਸਰੀ ਗੱਲ ਇਹ ਆ ਕਿ ਤੁਸੀਂ ਇੰਟਰਨੈਟ ਤੇ ਪਾ ਲਓ ਸੋਸ਼ਲ ਮੀਡੀਆ ਤੇ ਹੁਣ ਇਹ ਜਿਹੜਾ ਮਸਲਾ ਬਣਿਆ ਇਹ ਆਪਣੀ ਸਾਰੀ ਦਲਿਤ ਕਮਿਊਨਿਟੀ ਚਾਹੇ ਤੁਸੀਂ ਦਲਿਤ ਕਹਿ ਲਓ ਚਾਹੇ SC ਕਹਿ ਲਓ ਹੈ ਨਾ
ਜੋ ਵੀ ਕਹਿਣਾ ਕਹਿ ਲਓ, ਪਰ ਇਹ ਸਾਰੀ ਕਮਿਊਨਿਟੀ ਦਾ। ਐਂਡ ਕੁਝ ਲੋਕ ਹੈਗੇ ਆ ਕਿ ਜਿਹੜੇ ਉਹ ਕਹਿੰਦੇ ਕਿ ਨਹੀਂ ਇਹ ਦਲਿਤ ਇਸ਼ੂ ਨਹੀਂ, ਇਹ ਬੁੱਧਿਸਟ ਇਸ਼ੂ ਆ। ਇਹ ਕੰਮ ਬੰਦ ਹੋਣੇ ਚਾਹੀਦੇ ਆ ਕਿ ਆਪਾਂ ਜੇ ਲੜਨਾ ਆ ਇਕੱਠੇ ਹੋ ਕੇ ਲੜਨਾ, ਇਹ ਬੰਦ ਕਰੋ ਕਿ ਆਹ ਸਾਡਾ ਮਸਲਾ, ਆਹ ਤੁਹਾਡਾ ਮਸਲਾ ਆ। ਇਹ ਸਾਰੀ ਦਲਿਤ ਕਮਿਊਨਿਟੀ ਦਾ ਮਸਲਾ ਆ। ਸਾਰੀ ਦਲਿਤ ਕਮਿਊਨਿਟੀ ਇਕੱਠੀ ਹੋਵੇ ਤਾਂ ਮੁਜ਼ਾਹਰਾ ਕਰੇ ਲੰਡਨ। ਧੰਨਵਾਦ ਜੀ ਰਾਜ ਜੀ, ਬਹੁਤ ਬੰਗੜ ਜੀ ਰਾਜ ਸਾਡੇ ਟਰਸਟੀ ਹਨ ਜਿਨ੍ਹਾਂ ਨੇ ਆਪਣੇ ਵਿਊ ਦਿੱਤੇ ਹਨ। ਦੇਖੋ ਇਹ ਜਿਹੜੇ ਬੁੱਧਿਸਟ ਕੌਣ ਆ, ਉਹ ਵੀ ਅਸੀਂ ਆ, ਰਵਿਦਾਸੀਏ ਕੌਣ ਆ, ਉਹ ਵੀ ਅਸੀਂ ਆ, ਵਾਲਮੀਕੀ ਅਸੀਂ। ਜਿਹੜੀ ਸਾਡੀ ਇੱਕ ਜਦੋਂ ਅਸੀਂ ਉੱਥੇ ਜਾ ਕੇ ਇਕੱਠੇ ਹੋਏ ਆ, ਜਦੋਂ ਸਾਡੀ ਕਮਿਊਨਿਟੀ ਨੂੰ ਇੱਕ ਕਹਿ ਹੀ ਦਿੱਤਾ ਵੀ ਇੱਕ ਕਮਿਊਨਿਟੀ ਆ, ਤੇ ਫਿਰ ਸਾਡੇ ਵਿੱਚ ਬੁੱਧੀ ਪੁਣਾ ਜਾਂ ਰਵਿਦਾਸੀਆ ਪੁਣਾ ਕਿੱਥੋਂ ਆ ਜਾਂਦਾ ਇਸ ਗੱਲ ਦੇ ਵਿੱਚ। ਹੈਲੋ ਜੈਗਦੇਵ ਜੀ। ਹੈਲੋ ਹਰਮੇਸ਼ ਜੀ, ਜੈਗਦੇਵ ਜੀ। ਧੰਨਗਦੇਵ ਵੀਰ ਜੀ, ਕੌਣ ਤੇ ਕਿੱਥੋਂ ਬੋਲ ਰਹੇ ਜੀ? ਮੈਂ ਹਰਜਿੰਦਰ ਬੋਲਦਾ ਜੀ, ਆਪਣੇ ਇਸ ਟਾਈਮ ਤੋਂ ਬੈਕਟਨ ਤੋਂ। ਹਾਂਜੀ ਹਰਜਿੰਦਰ ਜੀ, ਕੀ ਕਹਿਣਾ ਚਾਹੁੰਦੇ ਹੋ? ਮੈਂ ਤੁਹਾਡੀ ਗੱਲ ਮੰਨਦਾ, ਹਾਈ ਕਮਿਸ਼ਨ ਤੋਂ ਮੋਰੇ ਜਾਣਾ ਚਾਹੀਦਾ। ਹਾਂਜੀ ਅਸੀਂ ਆਪਣੇ ਜਦੋਂ ਸਹਾਰਨਪੁਰ ਦੇ ਵਿੱਚ ਨਹੀਂ ਆਪਣੇ ਅੱਖਾਂ ਲਾਤੀ ਅਸੀਂ ਆਪਣੇ, ਹਾਂਜੀ ਅਸੀਂ ਗਏ ਸੀ ਹਾਈ ਕਮਿਸ਼ਨ ਦੇ ਮੋਰੇ ਜੀ। ਅਸੀਂ ਸਾਰਿਆਂ ਨੂੰ ਕਿਹਾ ਸਾਡੇ ਨਾਲ ਮਿਲਣਾ ਦਾ ਵੱਧ ਤੋਂ ਵੱਧ 100 ਬੰਦਾ ਹੋਣਾ ਜੀ। ਜੀ ਕੋਈ ਵੀ ਨਹੀਂ ਤੁਰਦਾ ਜੀ, ਮਹਾਰਾਜ ਬੰਦੇ ਕਹਿ ਦਿੰਦੇ ਆ ਕੋਈ ਆਉਂਦਾ ਨਹੀਂ। 100 ਬੰਦਾ ਮਤੀ ਹੋਣਾ, ਉੱਥੇ ਕੋਈ ਵੈਲਿਊ ਨਹੀਂ ਹੁੰਦੀ ਉਹਨਾਂ ਦੀ। ਅੱਛਾ ਭਾਜੀ ਹਰਜਿੰਦਰ ਜੀ ਮੈਂ ਤੁਹਾਨੂੰ ਇਹ ਗੱਲ ਪੁੱਛਣਾ ਚਾਹੁੰਦਾ, ਫਿਰ ਸਾਡੀ ਯੂਨਿਟੀ ਕਿੱਥੇ ਰਹਿ ਗਈ? ਅਸੀਂ ਕੀ ਲੈਣਾ ਫਿਰ ਇਹਨਾਂ ਕੰਮਾਂ ਦੇ ਵਿੱਚੋਂ? ਜੋ ਹੁੰਦਾ ਹੋਣ ਦੀ। ਮੈਂ ਤੁਹਾਨੂੰ ਰਮੇਸ਼ ਜੀ ਗੱਲ ਦੱਸਦਾ ਵੀ ਇਹ ਜੀ, ਜਦੋਂ ਅਸੀਂ ਨਾ ਗੁਰਦੁਆਰੇ ਦੇ ਵਿੱਚ ਢਾਣੀਆਂ ਬਣਾ ਕੇ ਲੋਕ ਬੈਠੇ ਹੁੰਦੇ ਆ, ਰੋਜ਼ ਲਾਣੇ ਨੂੰ ਆਉਂਦੇ ਆ। ਹਾਂਜੀ, ਉਹਨਾਂ ਨੂੰ ਖੁਦ ਕਹਿੰਦੇ ਸਾਡੇ ਨਾਲ ਚਲੋ, ਪਰ ਉਹ ਦਿਲ ਲਵੇ ਸਾਡੇ ਤੇ ਆਪਣੇ ਲੰਡਨ ਚੋਂ ਲੋਕ ਉੱਠਣ ਨੂੰ ਦਿਲ ਨਹੀਂ ਕਰਦਾ ਲੋਕਾਂ ਦਾ। ਲਾਣੇ ਨੂੰ ਆਪਣੀਆਂ ਗੱਪਾਂ ਮਾਰਨ ਨੂੰ ਬਥੇਰੇ, ਪਰ ਦੁੱਖ ਲਈ ਕੋਈ ਖੜਦਾ ਜੀ। ਹਾਂਜੀ ਧੰਨਵਾਦ ਵੀਰ ਜੀ ਤੁਹਾਡਾ ਬਹੁਤ ਬਹੁਤ। ਤੁਸੀਂ ਸਾਡੇ ਨਾਲੋਂ ਜ਼ਿਆਦਾ ਜਾਣਦੇ ਹੋ ਕੀ ਹੋ ਰਿਹਾ ਹੈ, ਲੇਕਿਨ ਆਪਾਂ ਨੂੰ ਵੀ ਚਾਹੀਦਾ ਆ ਕਿ ਅਸੀਂ ਜੇ ਉਹ ਸਾਡੇ ਭੈਣ ਭਰਾ ਆ, ਦੁੱਖ ਉਹਨਾਂ ਦੇ ਉੱਤੇ, ਤਕਲੀਫ ਉਹਨਾਂ ਤੇ ਆ, ਜੇ ਅਸੀਂ ਉਹਨਾਂ ਦਾ ਅੱਜ ਸਾਥ ਨਹੀਂ ਦੇਵਾਂਗੇ ਤੇ ਸ਼ਾਇਦ ਹੀ ਮੇਰਾ ਖਿਆਲ ਜਿਹੜੀ ਸਾਡੀ ਜਨਰੇਸ਼ਨ ਗਾਂ ਦੀ ਆਉਣ ਵਾਲੀ ਹੈ ਸਾਨੂੰ ਮਾਫ ਕਰੇਗੀ ਕਦੇ। ਤੇ ਨਹੀਂ ਕਹੀ ਕਿ ਬੁੱਧ ਧਰਮ ਵਾਲੇ ਕੀ ਕਰਦੇ ਆ, ਵਿਹਲੇ ਬੈਠੇ ਆ। ਮੈਂ ਇਹ ਕਿਹਾ ਵੀ ਜਿਹੜੇ ਲੋਕ ਕਹਿੰਦੇ ਆ ਕਿ ਬੁੱਧਿਸਟ ਦਾ ਇਹ ਮਸਲਾ ਹੈ, ਬੁੱਧਿਸਟ ਦਾ ਮਸਲਾ ਨਹੀਂ, ਇਹ ਸਾਡੀ ਕਮਿਊਨਿਟੀ ਦਾ ਮਸਲਾ ਸਾਰੀ ਦਾ ਹੈਗਾ। ਹੈਲੋ ਜੈਗਦੇਵ ਜੀ। ਹੈਲੋ ਜੈ ਗੁਰਦੇਵ ਜੀ। ਹਾਂਜੀ ਜੈਗਦੇਵ ਜੀ। ਵੀਰ ਜੀ ਕੌਣ ਤੇ ਕਿੱਥੋਂ ਬੋਲ ਰਹੇ ਜੀ? ਜੀ ਸਰ ਜੀ ਜੇਪੀ ਔਜਲਾ ਸ੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੇ ਤੋਂ ਬੋਲ ਰਿਹਾ। ਹਾਂਜੀ ਔਜਲਾ ਜੀ। ਜਿੰਨੇ ਸਟੂਡੀਓ ਵਿੱਚ ਸਾਰੇ ਮਹਿਮਾਨ ਬੈਠੇ ਸਾਰਿਆਂ ਨੂੰ ਪਿਆਰ ਭਰੀ ਜੈ ਗੁਰਦੇਵ। ਜੋ ਇੰਡੀਆ ਦੇ ਵਿੱਚ, ਭਾਰਤ ਦੇ ਦੇਸ਼ ਦੇ ਵਿੱਚ 1 ਜਨਵਰੀ ਤੋਂ ਅਤਿਆਚਾਰ ਹੋ ਰਿਹਾ ਹੈ, ਇਹ ਦੇਖ ਕੇ ਸਾਰਾ ਬਹੁਤ ਦੁੱਖ ਹੋਇਆ। ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਸਾਨੂੰ ਚਾਹੀਦਾ ਹੈਗਾ ਕਿ ਮਤਲਬ ਇਸ ਦਾ ਮਸਲਾ ਹੱਲ ਕਰਨ ਦੇ ਵਾਸਤੇ ਵੋਟਾਂ ਕਿਹਨੂੰ ਬੰਦੇ ਨੂੰ ਪਾਈਏ ਤਾਂ ਕਿ ਸਾਡੇ ਜਿਹੜੇ ਸਮਾਜ ਦੇ ਉੱਤੇ ਅਤਿਆਚਾਰ ਹੋਣੋਂ ਬੰਦ ਹੋਣ। ਜੀ ਬਹੁਤ ਦੁੱਖ ਹੋਇਆ, ਔਰ ਜੋ ਤੁਹਾਡੇ ਵਿਚਾਰ ਉਹ ਸਾਰੇ ਬਹੁਤ ਕੀਮਤੀ ਆ, ਔਰ ਉੱਤੇ ਵਿਚਾਰਾਂ ਦੇ ਉੱਤੇ ਇਹਨਾਂ ਮਤਲਬ ਸਾਨੂੰ ਅਮਲ ਕਰਨਾ ਚਾਹੀਦਾ। ਜੈ ਗੁਰਦੇਵ। ਤੁਹਾਨੂੰ ਗੁਰਦੇਵ ਜੀ। ਔਜਲਾ ਜੀ ਗੱਲ ਫਿਰ ਉੱਥੇ ਆ ਜਾਂਦੀ, ਘੁੰਮ ਕੇ ਸੂਈ ਉੱਥੇ ਇੱਕ ਲੁਕਦੀ ਆ ਜਾਂਦੀ ਆ। ਅਸੀਂ ਕਹਿੰਦੇ ਵੋਟ ਉਹਨੂੰ ਪਾਉਣੀ ਆ ਜਿਹੜਾ ਲੀਡਰ ਚੰਗਾ। ਕੀ ਗਰੰਟੀ ਆ, ਅਸੀਂ ਉਹ ਤੋਂ ਕੀ ਗਰੰਟੀ ਲੈ ਸਕਦੇ ਹਾਂ? ਜੇ ਮੈਨੂੰ ਵੋਟਾਂ ਪਾ ਕੇ ਮੈਨੂੰ ਖੜਾ ਕਰ ਦਿੰਦੇ ਆ, ਕੀ ਮੈਂ ਤੁਹਾਨੂੰ ਗਰੰਟੀ ਜਾਂ ਤੁਹਾਨੂੰ ਕੀ ਗਰੰਟੀ ਆ ਵੀ ਬੰਦਾ ਜਾ ਕੇ ਉੱਥੇ ਸਾਡੇ ਲਈ ਬੋਲੂਗਾ? ਹੈਲੋ ਜੈਗਦੇਵ ਜੀ। ਜੋਦਾ ਜੀ ਭੁਪਿੰਦਰ ਫੋਨ ਦੇ। ਹਾਂਜੀ ਵੀਰ ਜੀ ਗੱਲ ਕਰੋ। ਹਾਂਜੀ ਭੁਪਿੰਦਰ ਜੀ ਗੱਲ ਕਰੋ। ਹਾਂਜੀ ਜੈ ਗੁਰਦੇਵ ਜੀ। ਜੈ ਗੁਰਦੇਵ ਜੀ। ਕਲੇਰ ਸਾਹਿਬ ਜੀ ਥੈਂਕ ਯੂ ਵੈਰੀ ਮਚ, ਤੁਸੀਂ ਟਾਈਮ ਦਿੱਤਾ। ਹਾਂਜੀ ਜਿਹੜਾ ਕਾਫੀ ਮਤਲਬ ਗੱਲਾਂ ਸੁਣੀਆਂ, ਮਤਲਬ ਤੁਸੀਂ ਕੀਤੀਆਂ ਵੀ ਆ, ਮਤਲਬ ਜਿਹਨੇ ਗੈਸਟ ਆਏ ਉਹਨਾਂ ਨੇ ਸਾਰੀਆਂ ਗੱਲਾਂ ਕੀਤੀਆਂ ਜੀ। ਤੇ ਮੇਨ ਜਿਹੜੀ ਗੱਲ ਆ, ਮਤਲਬ ਆਪਾਂ ਜਿੱਦਾਂ ਗੱਲ ਕਰਦੇ ਆ ਨਾ, ਹਾਂਜੀ, ਤੇ ਉਹ ਜਿੱਦਾਂ ਮਤਲਬ ਆਪਾਂ ਗਾਣੇ ਦੇ ਵਿੱਚ ਹੀ ਆਉਂਦਾ, ਸਾਨੂੰ ਕੰਡਿਆਂ ਤੋਂ ਨਹੀਂ ਖਤਰਾ ਡਰ ਲੱਗਦਾ ਫੁੱਲਾਂ ਤੋਂ। ਜੀ। ਤੇ ਸਾਨੂੰ ਮਤਲਬ ਜਿਹੜੇ ਮਤਲਬ ਸਾਡੀ ਕਮਿਊਨਿਟੀ ਦੇ ਵਿੱਚ ਜਿਸ ਤਰ੍ਹਾਂ ਭਾਜੀ ਹੁਣ ਕਹਿ ਕੇ ਗਏ ਆ, 100 ਬੰਦਾ ਸਾਡੇ ਨਾਲ ਹੁੰਦਾ ਹੈ ਜਦੋਂ ਅਸੀਂ ਪ੍ਰੋਟੈਸਟ ਕਰਨ ਤੁਰਦੇ ਵੀ ਆ। ਜੀ। ਤੇ ਜਦੋਂ ਤੱਕ ਆਪਾਂ ਜਿਹੜੇ ਲੋਕੀ ਵਿਕ ਜਾਂਦੇ ਆ ਨਾ, ਹਾਂਜੀ,
ਜਾਂ ਦੂਸਰਿਆਂ ਦੇ ਸਹਾਰੇ ਖੜੇ ਹੋ ਕੇ ਜੀ ਉਹ ਮਤਲਬ ਗੱਲਾਂ ਕਰਦੇ ਆ, ਉਹਨਾਂ ਨੂੰ ਚਾਹੀਦਾ ਕਿ ਉਹ ਕਮ ਬੈਕ ਟੂ ਦ ਸੋਸਾਇਟੀ, ਉਹ ਸਾਡੇ ਨਾਲ ਖੜੇ ਹੋਣ, ਇਕੱਠੇ ਹੋ ਕੇ ਆਪਾਂ ਸਾਰਾ ਕੁਝ ਕਰ ਸਕਦੇ ਹਾਂ। ਜੇ ਦੇਖਿਆ ਜਾਵੇ ਆਪਾਂ 85 to 90% ਆਪਾਂ ਹੈਗੇ ਆ ਜੀ ਇੰਡੀਆ ਵਿੱਚ ਵੀ ਤੇ ਇੰਟਰਨੈਸ਼ਨਲੀ ਵੀ। ਹਾਂਜੀ, ਕੋਈ ਅੱਜ ਕੱਲ ਕੋਈ ਮਾੜਾ ਬੰਦਾ ਨਹੀਂ ਹੈਗਾ। ਮਤਲਬ ਭੁਪਿੰਦਰ ਜੀ ਉਹ ਤਾਂ ਗਿਣਤੀ ਹੈ। ਜੇ ਗਿਣਤੀ ਦੇ ਵਿੱਚ ਜਿਹੜੇ ਜਿੱਦਾਂ ਹੁਣ ਦੱਸਿਆ ਵੀ ਲੰਡਨ ਚ 100 ਬੰਦਾ ਇਕੱਠਾ ਹੋਇਆ, ਤਾਂ ਗਿਣਤੀ ਨੂੰ ਕੀ ਕਰਨਾ ਆਪਾਂ? ਬਿਲਕੁਲ ਬਿਲਕੁਲ, ਮੈਂ ਉਹੀ ਗੱਲ ਤੁਹਾਨੂੰ ਕਹਿ ਰਿਹਾ ਕਿ ਮਤਲਬ ਇਸ ਵੇਲੇ ਸਾਨੂੰ ਉਹਨਾਂ ਲੋਕਾਂ ਨੂੰ ਨਾਲ ਪਤਾ ਨਹੀਂ ਕਦੋਂ ਸਾਡੇ ਨਾਲ ਤੁਰਨਗੇ ਜਿਹੜੇ ਸਾਨੂੰ ਹੀ ਡੰਗ ਮਾਰਦੇ ਆ, ਸਾਡੇ ਆਪਣੇ ਬੰਦੇ। ਜੀ ਸਹੀ ਗੱਲ ਹੈ। ਥੈਂਕ ਯੂ, ਧੰਨਵਾਦ ਜੀ ਭੁਪਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਨਹੀਂ ਥੈਂਕ ਯੂ ਵੀਰ ਜੀ, ਉਹਨਾਂ ਤੋਂ ਸਾਨੂੰ ਥੈਂਕ ਯੂ ਜੀ। ਤੇ ਜਿਸ ਤਰ੍ਹਾਂ ਸਾਰਿਆਂ ਨੇ ਵੀਰਾਂ ਨੇ ਗੱਲ ਕੀਤੀ ਹੈ, ਕਿਉਂਕਿ ਅਸੀਂ ਹੁਣ ਜਿਹੜੇ ਆ ਬਾਅਦ ਚ 2 ਜਾਂ 3 ਕੋਲਾ ਲਵਾਂਗੇ, ਉਸ ਤੋਂ ਬਾਅਦ ਅਸੀਂ ਆਪਣੀ ਵਿਚਾਰ ਵਟਾਂਦਰਾ ਕਰ। ਲੇਕਿਨ ਮੈਂ ਅੱਜ ਇੱਥੇ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਆ ਕਿ ਜਿਸ ਦੂਸਰੇ ਧਰਮਾਂ ਦੇ ਸਾਧੂ ਸੰਤ ਸਮਾਜ ਜਿਹੜਾ ਮੂਹਰੇ ਹੋ ਕੇ ਖੜਾ ਹੋ ਜਾਂਦਾ ਮਰਨ ਲਈ ਵੀ ਤੇ ਮਾਰਨ ਦੇ ਲਈ ਵੀ, ਲੇਕਿਨ ਅਸੀਂ ਨਹੀਂ ਚਾਹੁੰਦੇ ਕਿ ਮਰਨ ਲਈ ਹੋਣ ਜਾਂ ਮਾਰਨ ਦੇ ਲਈ ਹੋਣ, ਲੇਕਿਨ ਆਪਣੀ ਕਮਿਊਨਿਟੀ ਦੇ ਲਈ ਸਾਡਾ ਸਾਧੂ ਸਮਾਜ ਜਿੰਨਾ ਹੈਗਾ ਆ ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ। ਹੈਲੋ ਜੈਕਦੇਵ ਜੀ, ਹੈਲੋ 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 ਹਾਂਜੀ ਬਾਜੀ, ਕੌਣ ਤੇ ਕਿੱਥੋਂ ਬੋਲ ਰਹੇ ਜੀ? ਹਾਂਜੀ ਕੁਲਵੀਰ ਰੱਤੂ ਕਹਿਣਾ। ਹਾਂਜੀ ਰੱਤੂ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਬਹੁਤ ਹੀ ਮੰਦਭਾਗੀ ਜੋ ਖਬਰ ਜਿਹੜੀ ਆਪਣੇ 35 ਤਰੀਕ ਨੂੰ ਜੋ ਹੋਈ ਆ ਜੀ ਕੋਰੇਗਾਂਵ ਦੇ ਵਿੱਚ। ਹਾਂਜੀ, ਵਾਕਿਆ ਤੁਹਾਡੀ ਗੱਲ ਸਹੀ ਹੈ। ਸਾਡੀ ਗਿਣਤੀ ਕਰਕੇ ਕੀਮਤ ਆ 85% ਹੈ, ਪਰ 15% ਫਿਰ ਵੀ ਸਾਡੇ ਉੱਤੇ ਜੀ ਰਾਜ ਕਰੀ ਜਾਂਦੇ ਨੇ ਔਰ ਸਾਨੂੰ ਘੁਮਾਈ ਜਾਂਦੇ ਨੇ ਜੀ। ਬਹੁਤ ਹੀ ਚਿੰਤਾ ਦਾ ਵਿਸ਼ਾ, ਸਾਡੇ ਸਮਾਜ ਨੂੰ ਸੋਚਣਾ ਚਾਹੀਦਾ ਔਰ ਸਹੀ ਦਿਸ਼ਾ ਅਪਣਾਉਣੀ ਚਾਹੀਦੀ ਹੈ ਜੀ। ਇੰਨਾ ਹੀ ਕਹਿੰਦਾ ਹੈ ਜੈਗਦੇਵ। ਧੰਨਗਦੇਵ। ਮੈਂ ਗੱਲ ਕਰ ਰਿਹਾ ਸੀ ਸਾਧੂ ਸਮਾਜ ਦੀ। ਜਦੋਂ ਦੂਸਰਾ ਸਾਧੂ ਸਮਾਜ ਇਕੱਠਾ ਹੋ ਜਾਂਦਾ, ਸਾਡਾ ਸਾਧੂ ਸਮਾਜ ਐਡਾ ਵੱਡਾ ਆ ਕਿ ਜੇ ਕੱਲ ਨੂੰ ਸਾਰੇ ਉਹ ਸਾਧੂ ਸਮਾਜ ਹੀ ਇਕੱਠਾ ਹੋ ਕੇ ਇੱਕ ਪਾਸੇ ਖੜਾ ਹੋ ਜਾਏ ਤੇ ਮੇਰਾ ਖਿਆਲ ਹੈ ਅਸੀਂ ਪਾਸਾ ਪਲਟ ਸਕਦੇ ਆ। ਲੇਕਿਨ ਪਾਸਾ ਕਿਨ ਪਲਟਣਾ ਆ ਕਿ ਉਹ ਸਾਡੇ ਸਾਧੂ ਸਮਾਜ ਚ ਵੀ ਦੁਫਾੜ ਪਈ ਹੈ, ਪਤਾ ਨਹੀਂ ਕੋਈ ਕਿੱਥੇ ਕੌਣ ਕਿੱਥੇ। ਮੇਰੀ ਗੱਲ ਲੈ ਲਓ, ਮੈਂ ਕਿਤੇ ਮੱਥਾ ਹੋਰ ਟੇਕਦਾ, ਦੂਆ ਹੋਰ ਕਿਤੇ ਟੇਕਦਾ, ਲੇਕਿਨ ਮੱਥਾ ਟੇਕਣ ਦੇ ਨਾਲ ਵੀ ਗੱਲ ਨਹੀਂ ਹੈਗੀ। ਲੇਕਿਨ ਸਾਧੂ ਸਮਾਜ ਨੂੰ ਤਾਂ ਇੱਕ ਹੋ ਜਾਣਾ ਚਾਹੀਦਾ। ਜੇ ਅਸੀਂ ਗ੍ਰਸਤੀ ਲੋਕ ਇਕੱਠੇ ਨਹੀਂ ਹੋ ਸਕਦੇ, ਸਾਧੂ ਸਮਾਜ ਤਾਂ ਸਾਨੂੰ ਇਕੱਠੇ ਕਰ ਸਕਦਾ ਆ, ਲੇਕਿਨ ਉਹ ਵੀ ਸਾਡੇ ਵਿੱਚ ਨਜ਼ਰ ਨਹੀਂ ਆਉਂਦਾ ਦੱਸ ਰਿਹਾ। ਲੀਡਰਾਂ ਦੀ ਤਾਂ ਇਸ ਗੱਲ ਹੀ ਛੱਡਦੇ, ਲੀਡਰ ਤਾਂ ਸਾਡੇ ਕੋਲ ਇਸ ਵੇਲੇ ਕੋਈ ਹੈ ਨਹੀਂ, ਲੱਗਦਾ ਹੀ ਨਹੀਂ। ਹੈਲੋ ਜੈਕਦੇਵ ਜੀ, ਹੈਲੋ ਹੈਲੋ ਹਾਂਜੀ ਜੈਕਦੇਵ ਜੀ ਭਾਜੀ। ਹਾਂਜੀ ਵੀਰ ਜੀ ਬੋਲੋ ਜੀ, ਕੌਣ ਬੋਲ ਰਿਹਾ ਜੀ? ਮੈਂ ਫਿਰ ਬੋਲਦਾ ਵੀਰ ਜੀ ਪਹਿਲਾਂ ਆਪਣਾ ਟੈਲੀਵਿਜ਼ਨ ਬੰਦ ਕਰੋ ਪਲੀਜ਼। ਓਕੇ ਓਕੇ, ਲੈ ਦੱਸੋ ਓਕੇ ਜੇ ਮਤਲਬ ਹੁਣ 2 ਮਿੰਟ ਤੱਕ ਤੁਹਾਡੇ ਖਰਾਬ ਕਰਦੇ ਤੁਸੀਂ ਆਪੇ। ਹਾਂਜੀ ਹਾਂਜੀ ਕਰ ਲਿਆ। ਹਾਂਜੀ ਕਰੋ ਗੱਲ ਜੀ। ਹੈਲੋ ਭਾਜੀ ਗੱਲ ਕਰੋ ਜੀ। ਕੌਣ ਬੋਲਦੇ ਆ? ਹਾਂਜੀ ਓਕੇ ਥੈਂਕ ਯੂ ਭਾਜੀ। ਤੁਸੀਂ ਤਾਂ ਦੇਖੋ ਇਹਨਾਂ 2 ਮਿੰਟ ਤੱਕ ਤੁਸੀਂ ਉੱਤੇ ਲਾਤੇ, ਤੁਹਾਨੂੰ ਪਤਾ ਤੁਸੀਂ ਸਟੂਡੀਓ 'ਚ ਫੋਨ ਕੀਤਾ ਹੈ, ਸਟੂਡੀਓ ਵਾਲੇ ਬੋਲਣਗੇ, ਹੋਰ ਬਾਹਰੋਂ ਤਾਂ ਆ ਕੇ ਕਿਸੇ ਨੇ ਬੋਲਣਾ ਨਹੀਂਗਾ। ਪਲੀਜ਼ ਮੈਂ ਪਹਿਲਾਂ ਰਿਕੁਐਸਟ ਕੀਤੀ ਆ ਵੀ ਜਿਹੜਾ ਇਹ ਮੁੱਦਾ ਆ ਇਹਦੇ ਉੱਤੇ ਗੱਲ ਕਰਨ ਲਈ ਅੱਜ ਆਪਾਂ ਤੁਹਾਡੇ ਵਿਚਾਰ ਲੈ ਰਹੇ ਆ ਤੇ ਤੁਸੀਂ ਧਿਆਨ ਨਹੀਂ ਦਿੰਦੇ। ਤੇ ਹੈਲੋ ਜੈਕਦੇਵ ਜੀ। ਹੈਲੋ ਜੋਰੇ। ਹੈਲੋ ਜੈਕਦੇਵ ਜੀ। ਹਾਂਜੀ ਜੈਗੁਰਦੇਵ ਜੀ, ਧੰਨਗੁਰਦੇਵ ਜੀ। ਹਾਂਜੀ ਮਾਨਕ ਜੀ, ਕੀ ਕਹਿਣਾ ਚਾਹੁੰਦੇ ਹੋ? ਮੈਂ ਬੇਨਤੀ ਕਰਨਾ ਚਾਹੁੰਦਾ ਵੀ ਵਿਚਾਰਾਂ ਬਹੁਤ ਹੋ ਰਹੀਆਂ, ਜੇ ਆਪਾਂ ਪ੍ਰੋਟੈਸਟ ਕਰ ਸਕਦੇ ਆਪਾਂ ਕਰੀਏ, ਬਾਕੀ ਵੋਟਾਂ ਪਾਉਣ ਵਾਲਾ ਕੰਮ ਨਹੀਂ ਆਪੇ ਕਰਵਾ ਲੈਣਾ ਉੱਥੇ। ਚਲੋ ਧੰਨਵਾਦ ਜੀ। ਤੇ ਅਸੀਂ ਜਦੋਂ ਹੁਣ ਮੈਂ ਗੱਲ ਕਰੂੰਗਾ ਮੰਮੀ ਜੀ ਆਪਣੇ ਅੰਦਰੋਂ, ਤੇ ਕੋਈ ਅਸੀਂ ਕਾਲ ਨਹੀਂ ਹੁਣ ਲਵਾਂਗੇ। ਤੇ ਜੇ ਲਾਈਨ 'ਚ ਕਾਲ ਹੈਗੀ ਤਾਂ ਇੱਕ ਅੱਧੀ ਦੇ ਦਿਓ, ਨਹੀਂ ਤਾਂ ਕੋਈ ਕਾਲ ਨਹੀਂ ਲੈਣੀ। ਥੈਂਕ ਯੂ ਵੈਰੀ ਮੱਚ ਤੁਹਾਡਾ। ਤੇ ਜਿਸ ਤਰ੍ਹਾਂ ਮੋਟੀ ਜੀ ਆਪਾਂ ਗੱਲ ਕਰਦੇ ਹਟੇ ਆ ਤੇ ਤੁਹਾਡੇ ਤੋਂ ਚੱਲਦੇ ਤਾਂ ਕਿ ਆਪਣਾ ਟਾਈਮ ਜਿਹੜਾ ਚਾਹਾਂ ਤੇ ਪੂਰਾ ਹੋ ਜਾਣਾ ਆ, ਕਿ ਉਸ ਹਿਸਾਬ ਨਾਲ ਆਪਾਂ ਗੱਲ ਕਰਨੀ ਕੀ ਕਰਨਾ ਚਾਹੀਦਾ ਹੁਣ ਜਿਹੜੇ ਹਾਲਾਤ ਦੇ ਵਿੱਚ ਆਪਾਂ ਖੜੇ ਆ। ਸਾਹਿਬ ਇਸ ਤਰ੍ਹਾਂ ਹੈ ਕਿ ਇੱਕ ਬਹੁਤ ਭਰਵਾਂ ਹੁੰਗਾਰਾ ਤੁਹਾਨੂੰ ਮਿਲਿਆ ਹੈ ਕਿ ਵੀ ਪ੍ਰੋਟੈਸਟ ਹੋਣਾ ਚਾਹੀਦਾ ਜੀ, ਲੇਕਿਨ ਹਰਜਿੰਦਰ ਜੀ ਔਰ ਭੁਪਿੰਦਰ ਜੀ ਦਾ ਵੀ ਇੱਕ ਵਿਚਾਰ ਵਿੱਚ ਆਇਆ ਕਿ ਲੋਕ ਇਕੱਠੇ ਨਹੀਂ ਹੁੰਦੇ ਜੀ। ਅਸੀਂ ਪਹਿਲਾਂ ਹੀ ਨੈਗੇਟਿਵਨੈਸ ਦਾ ਲੜ ਫੜ ਕੇ ਖੜੇ ਹੋ ਗਏ ਹਾਂ ਕਿ ਲੋਕ ਨਹੀਂ ਇਕੱਠੇ ਹੁੰਦੇ। ਜਿਹੜੀ ਵੀ ਆਰਗੇਨਾਈਜੇਸ਼ਨ ਕਮੇਟੀ ਹੈਗੀ ਉਹਨੂੰ ਇੱਕ ਸਟ੍ਰੈਟਜੀ ਤੈਅ ਕਰਨੀ ਪੈਣੀ ਹੈ। ਹਰ ਟਾਊਨ ਵਿੱਚ ਡਿਊਟੀਆਂ ਲਗਾਈਆਂ ਜਾਣ, ਉਹਦੀ ਇੱਕ ਮੋਮੈਂਟਮ ਕ੍ਰੀਏਟ ਕੀਤਾ ਜਾਵੇ ਕਿ ਵੀ ਠੀਕ ਹੈ ਇਸ ਟਾਊਨ ਤੋਂ ਇੰਨੀਆਂ ਕੋਚਾਂ ਭਰ ਕੇ ਆਣ, ਏਦਾਂ ਹੋਵੇ, ਇਸ ਤਰ੍ਹਾਂ ਹੋਵੇ। ਇਹ ਨਹੀਂ ਕਿਹਾ ਜਾ ਸਕਦਾ ਕਿ ਵੀ ਹਾਂ ਲੋਕ ਇਕੱਠੇ ਨਹੀਂ ਹੁੰਦੇ। ਦੇਖੋ ਇਹ ਸਭ ਸਮਝਦੇ ਇਸ ਲੋੜ ਨੂੰ ਕਿ ਇਸ ਵੇਲੇ ਲੋੜ ਹੈ ਵਕਤ ਦੀ ਕਿ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਔਰ ਲੋਕ ਇਕੱਠੇ ਹੋਣ ਨੂੰ ਤਿਆਰ ਹੈਗੇ ਆ। ਲੇਕਿਨ ਅਸੀਂ ਪਹਿਲਾਂ ਹੀ ਨੈਗੇਟਿਵਨੈਸ ਲੈ ਕੇ ਚੱਲਾਂਗੇ ਤਾਂ ਮੇਰਾ ਨਹੀਂ ਖਿਆਲ ਕਿ ਆਪਾਂ ਉਸ ਆਬਜੈਕਟਿਵ ਨੂੰ ਪਾ ਸਕਦੇ ਹਾਂ। ਮੇਰਾ ਇਹੀ ਰਿਕੁਐਸਟ ਹੈ ਕਿ ਇਹਦਾ ਪਲਾਨ ਕੀਤਾ ਜਾਵੇ, ਜਿਹੜੀ ਵੀ ਕਮੇਟੀ ਉਹਨੂੰ ਪਲਾਨ ਕਰ ਰਹੀ ਹੈ ਉਹਦੇ ਵਿੱਚ ਮੋਮੈਂਟਮ ਕ੍ਰੀਏਟ ਕੀਤਾ ਜਾਵੇ ਔਰ ਉਹਨੂੰ ਸਟ੍ਰੈਟਜੀ ਉਹਦੀ ਤੈਅ ਕੀਤੀ ਜਾਵੇ।
यूरोप तो संगतां नूं रिक्वेस्ट की जाए वो भी कभी कोच भर के आउण, होर टाणों विच कोचा भर के आउण ते अच्छा खासा नंबर इकट्ठा किया जा सकता। मैं समझदा कि इस गल नूं आपां इदां सोच के बह जांगे कि नहीं जी ਇਹ ਗੱਲ ਤੁਹਾਡੀ ਮੁੰਡੀ इस तरीके नाल गल बिल्कुल नहीं बनी। ਮੁੰਡੀ ਜੀ ਤੁਹਾਡੀ ਇਹ ਗੱਲ ਮੰਨਣ ਵਾਲੀ ਹੈ, ਲੇਕਿਨ ਜਿਹੜੀ ਚੀਜ਼ ਹੁੰਦੀ ਆ ਹੋ ਰਹੀ ਹੈ। सर मैं मानना ਤੁਹਾਡੀ ਗੱਲ, ਇਹ ਹੋ ਰਹੀ ਹੈ, मैं डिनाई नहीं कर रहा, मैं ਤੁਹਾਡੀ ਗੱਲ ਨਾਲ ਸਹਿਮਤ ਹਾਂ। ਐਗਰੀ ਮੋਮੈਂਟਮ ਕਰਨਾ ਪੈਣਾ, ਆਪਾਂ ਸੋਚਣਾ ਪੋਜ਼ਿਟਿਵ ਸੋਚਣਾ ਚਾਹੀਦਾ ਤਾਂ ਕਿ ਜਾਂ ਆਪਾਂ ਕੰਮ ਕਰ ਸਕੀਏ। ਹਾਂਜੀ ਆਪਣੇ ਰਵਿੰਦਰ ਚੌਹਾਨ ਜੀ ਜੂਮਟੀ ਬਾਰੇ ਔਰ ਕਮਿਊਨਿਟੀ ਬਾਰੇ ਕਿੱਥੇ ਅਸੀਂ ਅੱਜ ਖੜੇ ਆ, ਕੀ ਸਾਡਾ ਸਟੈਂਡ ਆ, ਕੀ ਅਸੀਂ ਉਹਨਾਂ ਚਾਰ ਦੀਵਾਰੀਆਂ ਦੇ ਅੰਦਰ ਹੀ ਬੈਠੇ ਰਹਿ ਜਾਵਾਂਗੇ? ਦੇਖੋ ਜੀ ਅਸੀਂ ਵੀ ਇਸ ਕੰਟਰੀ ਵਿੱਚ 35-40 ਸਾਲਾਂ ਤੋਂ ਜੀ ਬੜੇ ਤਸ਼ੱਦਦ ਹੁੰਦੇ ਆਏ ਆ, ਬੜਾ ਕੁਝ ਹੋ ਰਿਹਾ ਹੈ। ਪਹਿਲੀ ਗੱਲ ਤਾਂ ਇੱਕ ਜੋ ਅੱਜ ਭਾਰਤ ਦੇਸ਼ ਵਿੱਚ ਹੋਇਆ, ਬਹੁਤ ਸਾਰੀਆਂ ਬਾਕੀ ਆਰਗੇਨਾਈਜੇਸ਼ਨ ਨੇ ਇੱਕ ਵਧੀਆ ਹੰਗਾਰਾ ਭਰਿਆ, ਉਹਨਾਂ ਨੇ ਨੇੜੇ ਆਉਣ ਦੀ ਕੋਸ਼ਿਸ਼ ਕੀਤੀ, ਪਰ ਇੱਕ ਜਿਹੜਾ ਪ੍ਰੋਟੈਸਟ ਕਰਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਪ੍ਰੋਟੈਸਟ ਹੋਣਾ ਚਾਹੀਦਾ। ਇੱਥੇ 1 ਲੱਖ 2 ਲੱਖ 3 ਲੱਖ 4 ਲੱਖ ਲੋਕ ਦੇ ਖੜੇ ਹੋ ਜਾਣ, ਪਹਿਲੀ ਗੱਲ ਹੋ ਜਾਣ। ਉਹ ਇੱਕ ਇਹਨਾਂ ਨੇ ਜਿਹੜਾ ਕਿ ਉਹ ਇੱਕ ਮੈਮੋਰੈਂਡਮ ਚੱਕ ਕੇ ਪ੍ਰਾਈਮ ਮਿਨਿਸਟਰ ਦੇ ਦੇਣਾ ਹੈਗਾ। ਕੀ ਪ੍ਰਾਈਮ ਮਿਨਿਸਟਰ ਨੇ ਦੇਖਿਆ ਨਹੀਂ ਵੀ ਇਹ ਜੋ ਕੁਝ ਹੋ ਰਿਹਾ ਹੈ? ਅੱਜ ਤੱਕ ਕਿਸੇ ਉੱਥੇ ਸਾਡੇ ਦੇਸ਼ ਦੇ ਕਿਸੇ ਰਿਪੋਰਟਰ, ਕਿਸੇ ਪ੍ਰੈਸ ਨੇ, ਮੀਡੀਆ ਨੇ ਇਹਦੇ ਬਾਰੇ ਜਿਹੜਾ ਕਿ ਇੱਕ ਹਨੇਰੇ 'ਚ ਰੱਖਿਆ ਸਾਰਿਆਂ ਨੂੰ, ਕਿਉਂਕਿ ਸਾਰੇ ਵਿਕੇ ਹੋਏ ਹਨ ਇਸ ਵੇਲੇ ਜਿਹੜੀਆਂ ਕਿ ਅਸੀਂ ਇੰਨਾ ਡਿਵਾਈਡ ਹੋ ਚੁੱਕੇ ਹਾਂ। ਮੈਂ ਇਹ ਵੀ ਆਪਣੇ ਵੱਲੋਂ ਦੇਣਾ ਚਾਹੁੰਦਾ ਵੀ ਜੋ ਭਾਰਤ ਦੇਸ਼ ਹੋ ਰਿਹਾ ਹੈ, ਸਾਡੀਆਂ ਜਿੰਨੀਆਂ ਵੀ ਨੈਸ਼ਨਲ ਪਾਰਟੀਆਂ ਹਨ ਜੇ ਇਸੇ ਤਰ੍ਹਾਂ ਵੰਡੀਆਂ ਰਹੀਆਂ, ਕਿਉਂਕਿ ਜਿਹੜੇ ਵੀ ਇਸ ਵੇਲੇ ਹੁਕੂਮਤ ਦੇ ਵਿੱਚ ਸਰਕਾਰ ਹੈ ਉਹਨਾਂ ਨੇ ਆਪਣਾ ਨੰਬਰ ਵੰਡਣਾ। ਅਸੀਂ ਇੰਨੇ ਵੰਡੇ ਹੋਏ ਹਾਂ, ਅਸੀਂ ਗੁਜਰਾਤ ਦੇ ਵਿੱਚ ਆਪਣਾ ਹਾਲ ਦੇਖ ਲਓ, ਜੇ ਉਹਦੇ ਵਿੱਚ ਵੀ ਸਾਡੀ ਇੱਕ ਨੈਸ਼ਨਲ ਪਾਰਟੀਆਂ ਦੇ ਵਿੱਚ ਕੁਝ ਥੋੜੀ ਮੋਟੀ ਯੂਨਿਟੀ ਹੁੰਦੀ, ਸ਼ਾਇਦ ਅਸੀਂ ਇੱਕ ਬਹੁਤ ਵਧੀਆ ਇੱਕ ਉਹਨਾਂ ਨੂੰ ਮੁਕਾਬਲੇ ਵਿੱਚ ਦੇ ਸਕਦੇ। ਇਹੋ ਜਿਹਾ ਹਾਲ ਹੋ ਰਿਹਾ, ਇਹੋ ਜਿਹਾ ਹੁੰਦਾ ਰਿਹਾ ਹੋਵੇਗਾ। ਸਾਡੇ ਪ੍ਰੋਟੈਸਟ ਜਿਹੜੇ ਵੀ ਹੈਗੇ ਆ, ਕਿਉਂਕਿ ਪ੍ਰੋਟੈਸਟਾਂ ਨੂੰ ਇਗਨੋਰ ਕਰੀ ਜਾ ਰਿਹਾ ਇਸ ਵੇਲੇ ਜੋ ਵੀ ਹੈ, ਉਹਨਾਂ ਦੀ ਆਪਣੀ ਜਿਹੜੀ ਸਟ੍ਰੈਟਜੀ ਆ, ਜੇ ਇਹੋ ਜਿਹੀ ਸਾਡੀ ਸਟ੍ਰੈਟਜੀ ਬਣੇ ਐਜ਼ ਏ ਹੋਲ, ਜਿੰਨੀਆਂ ਵੀ ਪਾਰਟੀਆਂ ਹਾਨੀਆਂ ਉਹ ਇਕੱਠੇ ਹੋ ਕੇ ਕੰਮ ਕਰਨ, ਫਿਰ ਅਸੀਂ ਉਹਨਾਂ ਨੂੰ। ਥੈਂਕ ਯੂ ਵੈਰੀ ਮਚ ਜੀ। ਕਹੂੰਗਾ 1982 ਦੇ ਵਿੱਚ ਬੀਪੀ ਮੋਰੀਆ ਜੀ ਇੱਥੇ ਇੰਗਲੈਂਡ ਦੀ ਧਰਤੀ ਤੇ ਆਏ ਸੀ, ਉਹਨਾਂ ਨੂੰ ਅਸੀਂ 40-50 ਬੰਦਿਆਂ ਨੇ ਬ੍ਰੌਡਵੇ ਉੱਤੇ ਇੱਕ ਹੋਟਲ ਹੁੰਦਾ ਸੀ ਉਸ ਵੇਲੇ, ਤੋਂ ਉਹਦੇ ਵਿੱਚ ਅਸੀਂ ਉਹਨਾਂ ਨੂੰ ਖਾਣਾ ਖਿਲਾਇਆ ਸੀ। ਤੇ ਚਰਨਦਾਸ ਘੁੱਗ ਜੀ ਉਸ ਵੇਲੇ ਦੇ ਜਿਹੜੇ ਉਦੋਂ ਉਸ ਵੇਲੇ ਨੁਮਾਇੰਦੇ ਸੀਗੇ ਇੱਥੇ ਦੇ, ਉਸ ਵੇਲੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਤੁਸੀਂ ਕੋਈ ਵੀ ਭਾਰਤ ਦੇਸ਼ ਦੀ ਧਰਤੀ ਦੇ ਉੱਤੇ ਅਤਿਆਚਾਰ ਜਾਂ ਕੋਈ ਵਾਧੂ ਘਾਟੂ ਆਪਣੇ ਲੋਕਾਂ ਨਾਲ ਹੁੰਦੀ ਆ, ਕਿਸੇ ਨੂੰ ਪੈਸਾ ਨਾ ਭੇਜੋ, ਕਿਸੇ ਲੀਡਰ ਨੂੰ ਪੈਸਾ ਨਾ ਦਿਓ, ਕਿਸੇ ਨੂੰ ਕੁਛ ਨਾ ਦਿਓ, ਸਿਰਫ 5-7 ਬੰਦੇ ਕਾਲੀ ਝੰਡੀ ਲੈ ਕੇ ਹਾਈ ਕਮਿਸ਼ਨਰ ਦੇ ਬਾਹਰ ਖੜੇ ਹੋ ਜਾਇਆ ਕਰੋ, ਜਿਸ ਦੇ ਨਾਲ ਸਾਡੀ ਕਹਿੰਦੇ ਪਾਵਰ ਬਹੁਤ ਬਣਦੀ। ਕਿ ਦੁਨੀਆ ਦੇ ਵਿੱਚ ਜਦੋਂ ਇਮੇਜ ਜਾਂਦੀ ਆ ਇਹ ਕਿ ਸਾਡੇ ਭਾਰਤ ਦੇਸ਼ ਦੇ ਬਾਹਰ ਖਿਲਾਫ ਹਾਈ ਕਮਿਸ਼ਨਰ ਦੇ ਬਾਹਰ ਇਹ ਲੋਕ ਪ੍ਰੋਟੈਸਟ ਕਰ ਰਹੇ ਕਾਲੀਆਂ ਝੰਡੀਆਂ ਨਾਲ, ਕਿਉਂ ਹੋ ਰਿਹਾ ਆ, ਉਹਦੇ ਨਾਲ ਸਾਨੂੰ ਕਹਿੰਦੇ ਪਾਵਰ ਮਿਲਦੀ ਆ। ਕਿ ਇਸ ਦੇ ਨਾਲ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਪ੍ਰੋਟੈਸਟ ਹੋਣੇ ਚਾਹੀਦੇ ਆ, ਇਸ ਕਰਕੇ ਜਿਹੜਾ ਪ੍ਰੋਟੈਸਟ ਆ ਮੇਨ ਚੀਜ਼ ਆ। ਹਾਂਜੀ ਆਪਣੇ ਨਾਲ ਇੱਕ ਮੈਂ ਗੱਲ ਐਡ ਕਰਨਾ ਚਾਹੁੰਦਾ, ਜਿਹੜੀ ਲੋਕਲ ਮੀਡੀਆ ਨਾ ਉਹ ਚੀਜ਼ ਨੂੰ ਪਿਕ ਅਪ ਕਰਕੇ ਇੱਕ ਨੈਸ਼ਨਲੀ ਇੱਕ ਇੰਟਰਨੈਸ਼ਨਲ, ਇਹ ਤਾਂ ਜਦੋਂ ਤੁਸੀਂ ਇਹ ਕਰਦੇ ਆ ਤੇ ਆਟੋਮੈਟਿਕਲੀ ਜਿਹੜਾ ਲੋਕਲ ਮੀਡੀਆ ਨੂੰ ਇੱਕ ਮੌਕਾ ਮਿਲਦਾ। ਹਾਂਜੀ ਆਪਣੇ डॉक्टर साहब। देखिए साहब, अव्वल तो बात ये सिर्फ महाराष्ट्र की नहीं है, ना मोदियों की है, ना चमारों की है, ना महारों की है, ना वाल्मीकियों की है जी। बात देखिए सिखों पर भी ऐसी पड़ी थी, मुसलमानों पर भी ऐसी पड़ी, और बाद में जो जो इनके मनुवादी निजाम से लोहा लेता है उन कम्युनिटियों को अलग अलग करके वो मारते हैं। आपका पाला ऐसे धोखेबाज और दगाबाज दुश्मन के साथ में है कि जो उनके धोखेबाजी और दगलबाजी को होशियारी का नाम देता है। आप डिवाइड रखते हैं। आप सब लोगों की बात में और एक बात सामने आ रही थी कि हमारे जो लीडरान है वो वहां जाकर क्या करते हैं, उनको वोट देते हैं, वो हमारी बात नहीं रखते। भाई बात क्यों रखेंगे आप? वो उनके अगर अपने खुद के एजेंडे है और वो आपके प्रति आपके वो नुमाइंदे नहीं है, वहां खुद किसी की खुद की महत्वाकांक्षा है, किसी को महान बनना है, किसी को खुद की राजनीति चलानी है। कांशीराम जी जिस गैर राजनीतिक जड़ों को मजबूत करने की बात किया करते थे, वो गैर राजनीतिक जड़ें मजबूत करने की जो बातें वो कहा गई। तो जब तक आप गैर राजनीतिक जड़ों को मजबूत नहीं करोगे, दूसरी बात मैं थोड़ी देर पहले जो मिसाल दे रहा था, एनिलेशन ऑफ कास्ट में बाबा साहब लिखते हैं कि रोम में रोम में या ग्रीक में 2 प्रकार के वर्ग हुआ करते थे, एक प्लेबियंस और एक पैट्रियार्क। प्लेबियन लोग ये आम लोग थे, पैट्रियार्क लोग ये ऊंचे लोग थे। तो जब भी प्लेबियन लोग चाहते थे कि हमारा सच्चा नुमाइंदा वहां जाए, वहां एक जादू एक ओरेकल का मंदिर हुआ करता था, उस मंदिर में जो ओरेकल थी वो भी इन पैट्रियार्क लोगों की थी। तो जब जब भी वो अच्छा अपना नुमाइंदा भेजते तो वो ओरेकल में वो जो जादूगरनी थी वो कहती कि नहीं 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 ये अच्छा बंदा नहीं है। तो बात है, देखिए बाबा साहब ने हमको हथियार दिए है, जमहूरियत का जो
जो ढांचा बाबा साहब ने हमको दिया है हमको इस्तेमाल करना चाहिए, हमको इस्तेमाल करना नहीं आ रहा है। अगर हम हमारे नुमाइंदे बाबा साहब से जब सेपरेट इलेक्टोरेट के हक छीन लिए गए, उसके बाद में उन्होंने जो हमको ये रिजर्वेशन दिया जो सिर्फ 10 साल चलने वाला था, इसको सारी पार्टियां, ब्राह्मणवादी पार्टियां हर 10 साल में बढ़ाती है। अब हमें इस बात के लिए गौर करना चाहिए। दोपहर को मेरी नरेश जी के साथ बात हो रही थी, हमको सेपरेट इलेक्टोरेट की बात को और दोहरे मताधिकार की बात को सामने रखना ही पड़ेगा, नहीं तो वो जो हथियार जमहूरियत का, वोट का हथियार हमें दिया है बाबा साहब ने, उसको डायल्यूट कर रहे हैं। ये कम्युनिज्म की बात फैलाकर, रीजनलिज्म की बात फैलाकर, और आप लोगों में के जो महत्वाकांक्षी लोग हैं उनको, उनकी महत्वाकांक्षों को अलग अलग हवा देकर वो नए नए लोग पैदा करेंगे, वो नए लोग पैदा करेंगे। धन्यवाद जी। जिस तरह मैं गल करनी चाहना कि साडे कोल ग्रैंडसन ऑफ लॉ जिहड़े साडे कोल बाबा साहब दे पोते पोती दे हसबैंड जिहड़े आए सीगे 2 वीक पहला, ते उस वेले सानू किसी ने कॉल कीती सी कि अंबेडकर जिहड़ी इन्हां दे विचों बाबा साहब दे जिहड़ी कम्युनिटी फैमिली आ इचों लीडर क्यों नहीं बनते। असी उस तो बाद जदों बैठ के इत्थे गल कीती, उन्होंने कहा कि बई लीडर असी लीडर बनने नूं तैयार हैं, की करोगे तुसी कि 10 पाउंड दे दोगे, 5 दे दोगे, 50 दे दोगे, 500 पाउंड दे दोगे, 5000 दे दोगे। उत्थे करोड़ां दा बजट लगदा, उत्थे इन्ने तां उद्दे तुरे जांदे चाह पानी पिलांदे लोग ਜਿਹੜੇ उत्थे दे लीडर लड़दे आ। लेकिन फिर भी उन्हां दे विचों असीं जिस तरह मर्जी कहिए, प्रकाश अंबेडकर जिहड़ा आ BRP बहुजन महासंघ दे विचों ਉਹ ਕੱਲ ਸਟੇਜ ਜਿਹੜੀ ਉਹਨ ਮੇਨ ਸੰਭੀ ਸੀਗੀ, ਤੇ ਅੱਜ ਮੈਂ ਉਹਨਾਂ ਨੂੰ ਕਹਿਣਾ ਵੀ ਜਿਹੜੇ ਕਹਿੰਦੇ ਸੀ ਅਸੀਂ ਤੁਹਾਡੇ ਮਗਰ ਖੜੇ ਹੋਵਾਂਗੇ, ਅੱਜ ਉਹ ਫੋਨ ਕਰਕੇ ਉਹਨਾਂ ਨੂੰ ਕਹਿਣ ਵੀ ਅੱਜ ਅਸੀਂ ਤੁਹਾਡੇ ਮਗਰ ਆ, ਤੁਹਾਨੂੰ ਕਰੋੜ 2 ਕਰੋੜ 4 ਕਰੋੜ ਜਾਂ 10 ਕਰੋੜ ਰੁਪਈਆ ਭੇਜ ਰਹੇ ਆ ਜਾਂ ਕੀ ਭੇਜ ਰਹੇ ਆ ਇੱਥੋਂ। ਇਹ ਜਿਹੜੀ ਉਹਨਾਂ ਦੀ ਸੋਚ ਆ, ਜਦੋਂ ਸਟੇਜ TV ਦੇ ਉੱਤੇ ਆਉਂਦੇ ਆ ਗੱਲ ਇਦਾਂ ਨਹੀਂ ਕਰਕੇ ਚੱਲ ਜਾਂਦੇ ਆ ਕਿ ਸਾਰਾ ਜਿਹੜਾ ਪ੍ਰੋਗਰਾਮ ਦਾ ਮਜ਼ਾ ਜਿਹੜਾ ਕਰਕਰਾ ਕਰ ਦਿੰਦੇ ਆ, ਲੇਕਿਨ ਦਮ ਕਿਸੇ 'ਚ ਨਹੀਂ ਹੁੰਦਾ। ਫੋਨ ਕਰਕੇ ਓਕੇ ਜੀ ਅਸੀਂ ਤੁਹਾਡੇ ਨਾਲ ਆ। ਕਾਂਚੀ TV ਖੁੱਲੇ ਨੂੰ ਹੋਇਆ, ਕਾਂਚੀ TV ਦੇ ਉੱਤੇ ਇੱਕ ਬੰਦਾ ਆਉਣ ਨੂੰ ਤਿਆਰ ਨਹੀਂ ਪ੍ਰੋਗਰਾਮ ਕਰਨ ਨੂੰ। ਕੱਲ ਨੂੰ ਇਹ ਕਹਿਣਗੇ ਜੀ ਪੈਸੇ ਮੰਗਦੇ, ਪੈਸੇ ਮੰਗਣੇ ਆ ਕਿ ਉਹ 35000 40000 ਪਾਉਂਡ ਮਹੀਨੇ ਦਾ ਦੇਣਾ ਪੈਂਦਾ ਆ। ਜੇ ਪੈਸੇ ਨਹੀਂ ਦੋਗੇ ਤੇ ਜੇ ਮੀਡੀਆ ਅੱਜ 3 ਦਿਨ ਹੋ ਗਿਆ ਜੇ ਦੂਏ ਤੋਂ ਆਪਣੇ ਮਹਾਰਾਸ਼ਟਰ ਤੋਂ ਦਿਖਾਲਿਆਂ ਨੂੰ ਲਾਈਵ ਪ੍ਰੋਗਰਾਮ ਜਿਹੜਾ ਨਿਊਜ਼ ਆਉਂਦੀ ਆ ਉੱਤੇ ਪੈਸਾ ਲੱਗਦਾ ਆ, ਤੇ ਤੁਸੀਂ ਅੱਜ ਦੂਆ ਪ੍ਰੋਗਰਾਮਾਂ ਦੇਖ ਲਓ, ਸਾਡੇ ਉੱਥੇ ਇੱਕ ਵੀ ਕਮਿਊਨਿਟੀ ਦੀ ਜਿਹੜੀ ਗੱਲ ਨਹੀਂ ਦਿਖਾਲੀ ਗਈ। ਉਹਨਾਂ ਨੂੰ ਇਹ ਦਿਖਾਲਿਆ ਵੀ ਮਰਾਠਿਆਂ ਦੀ ਲੜਾਈ ਹੋ ਰਹੀ ਆ, ਇਸ ਜਿਹੜੇ ਦਲਿਤ ਲੋਕ ਆ ਮਰਾਠਿਆਂ ਨਾਲ ਲੜ ਰਹੇ ਆ। ਸਾਨੂੰ 2 ਜਗ੍ਹਾ ਰੱਖ ਕੇ ਇਕੱਠੇ ਜਿਹੜੇ ਇਕੱਠੇ ਹੋ ਰਹੇ ਸੀ ਉਹਨਾਂ ਨੂੰ ਵੀ ਪਾਉਣ ਦੀ ਟਰਾਈ ਕਰ ਰਹੀ ਆ। ਲੇਕਿਨ ਸਾਡੀ ਲੜਾਈ ਆ ਉਸ ਕੰਟਰੀ ਦੇ ਨਾਲ ਜਿੱਥੇ ਸਾਨੂੰ ਹੱਕ ਹਕੂਕ ਸਾਡੇ ਮਿਲਣੇ ਚਾਹੀਦੇ। ਸਾਡਾ ਧਰਮ ਦੇ ਤੌਰ ਤੇ ਵੀ ਸਾਨੂੰ ਆਜ਼ਾਦੀ ਹੋਣੀ ਚਾਹੀਦੀ, ਪੋਲੀਟੀਕਲ ਦੇ ਤੌਰ ਤੇ ਵੀ ਸਾਨੂੰ ਆਜ਼ਾਦੀ ਹੋਣੀ ਚਾਹੀਦੀ ਆ, ਔਰ ਰਹਿਸ਼ ਬਹਿਸ਼ ਦੇ ਵਿੱਚ ਵੀ ਸਾਡੀ ਆਜ਼ਾਦੀ ਹੋਣੀ ਚਾਹੀਦੀ ਆ। ਉਸ ਦੇ ਕਿਸੇ ਕੋਲ ਚਾਬੀ ਨਹੀਂ ਹੋਣੀ ਚਾਹੀਦੀ, ਉਹ ਸਾਡੀ ਆਪਣੀ ਚਾਬੀ ਸਾਡੇ ਕੋਲ ਹੋਣੀ ਚਾਹੀਦੀ ਆ। ਹਾਂਜੀ ਗੋਗੀ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਲੇਰ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਆ ਯੂਨਿਟੀ ਦੀ ਜੀ, ਸਾਨੂੰ ਤਾਂ ਜਾਨੀ ਕਿ ਕੱਲ ਦੇ ਬ੍ਰਾਹਮਣਵਾਦੀ ਮੀਡੀਆ ਦੇਖ ਕੇ ਇੰਡੀਆ ਦਾ ਉਹਨੇ ਪਹਿਲੇ ਨੰਬਰ ਤੇ ਹੈਡਲਾਈਨ ਚਲਾਈ ਸੀਗੀ ਜੀ, ਇਹ ਜਿਹੜੀ ਲੜਾਈ ਆ ਦਲਿਤ ਔਰ ਹਿੰਦੂ ਸੰਗਠਨਾਂ ਦੇ ਵਿੱਚ ਹੋ ਰਹੀ ਆ। ਤੁਹਾਨੂੰ ਦਲਿਤ ਸਮਾਜ ਨੂੰ, SC ST OBC ਨੂੰ ਉਹਨੇ ਇੱਕ ਸਾਈਡ ਤੇ ਕੱਢ ਦਿੱਤਾ ਹਿੰਦੂ ਧਰਮ ਚੋਂ। ਫਿਰ ਤੁਸੀਂ ਕਿਉਂ ਨਹੀਂ ਇਕੱਠੇ ਹੋ ਰਹੇ? ਜਾਂ ਤੁਹਾਨੂੰ ਕੱਲ ਉੱਥੇ ਬ੍ਰਾਹਮਣਵਾਦੀ ਮੀਡੀਆ ਨੇ ਵੀ ਤੁਹਾਨੂੰ ਮੈਂ ਇਸ ਗੱਲ ਬ੍ਰਾਹਮਣਵਾਦੀ ਮੀਡੀਆ ਸ਼ੁਕਰੀਆ ਦਾ ਵੀ ਕਰਦਾ, ਉਹਨੇ ਸਾਨੂੰ ਅਲੱਗ ਕਰ ਦਿੱਤਾ ਇਸ ਚੀਜ਼ ਤੋਂ। ਮੈਂ ਧੰਨਵਾਦੀ ਹਾਂ ਇਸ ਚੀਜ਼ ਦੇ। ਇਸ ਕਰਕੇ ਜਿਹੜਾ ਸਾਡਾ ਦਲਿਤ ਸਮਾਜ ਆ ਹੁਣ ਤਾਂ ਉਹਨੂੰ ਸੁਧਰ ਜਾਣਾ ਚਾਹੀਦਾ ਵੀ ਅਸੀਂ ਸਾਰੇ ਇੱਕ ਆ, ਇਹ ਚ ਕੋਈ ਬੋਧੀ ਮਹਾਰ ਚਮਾਰ ਨਾ ਚੀਰ ਛਿੰਬੇ, ਸਾਰੇ ਇੱਕ ਆ ਜੀ। ਮੇਰੇ ਕਹਿਣ ਦਾ ਮਤਲਬ ਇਹ ਹੈ ਜੀ। ਨਹੀਂ ਠੀਕ ਹੈ ਗੋਗੀ ਜੀ, ਜਦੋਂ ਤੁਸੀਂ ਕਿਹਾ ਕਿ ਉਹਨਾਂ ਨੇ ਸਾਨੂੰ ਜੁਦੇ ਕਰਤਾ ਕਿ ਅਸੀਂ ਆਪਣੇ ਆਪ ਨੂੰ ਹਿੰਦੂ ਗਿਣੀ ਜਾਂਦੇ ਆ, ਸਾਨੂੰ ਲੋੜ ਨਹੀਂ ਹਿੰਦੂ। ਜਦ ਸਾਨੂੰ ਕਹਿੰਦੇ ਤੁਸੀਂ ਹਿੰਦੂ ਨੇ, ਬਾਬਾ ਸਾਹਿਬ ਵੀ ਕਹਿ ਗਏ ਸੀ ਕਿ ਮੈਂ ਹਿੰਦੂ ਪੈਦਾ ਹੋਇਆ, ਮੇਰੇ ਬਸ ਦੀ ਗੱਲ ਨਹੀਂ, ਹਿੰਦੂ ਰਹਿ ਕੇ ਮਰਾਂਗਾ ਨਹੀਂ, ਉਹ ਮੇਰੇ ਬਸ ਦੀ ਗੱਲ ਆ। ਲੇਕਿਨ ਜੇ ਨਹੀਂ ਤੁਸੀਂ ਬੁੱਧ ਧਰਮ ਮਨਾਉਣਾ ਔਰ ਉਲਾਸੀਏ ਬਣ ਜਾਓ, ਵਾਲਮੀਕੀ ਬਣ ਜਾਓ, ਇੱਕ ਸਟੈਂਡ ਤਾਂ ਲੈ ਲਓ, ਪ੍ਰਿੰਸੀਪਲ ਤੇ ਤਾਂ ਖੜੇ ਹੋ ਜਾਓ। ਬਾਕੀ ਹਿੰਦੂ ਧਰਮ ਨਾਂ ਦਾ ਕੋਈ ਧਰਮ ਨਹੀਂ ਹੈਗਾ, ਕਿਸੇ ਵੀ ਗੀਤਾ ਪੁਰਾਣ ਵੇਦ ਸ਼ਾਸਤਰਾਂ ਦੇ ਵਿੱਚ ਹਿੰਦੂ ਧਰਮ ਦਾ ਨਾਂ ਨਹੀਂ ਆਉਂਦਾ। ਬਾਬਾ ਸਾਹਿਬ ਨੇ ਆਪਣੀ ਕੋਟੇਸ਼ਨ 'ਚ ਵੀ ਲਿਖਿਆ ਆ, ਇਹ ਇੱਕ ਬ੍ਰਾਹਮਣੀਕਰਨ ਧਰਮ ਆ। ਜਿੰਨੇ ਵੀ ਗ੍ਰੰਥ ਆ ਇਹ ਬ੍ਰਾਹਮਣਾਂ ਦੇ ਗ੍ਰੰਥ ਆ, ਇਹ ਹਿੰਦੂ ਧਰਮ ਨਹੀਂ ਹੈਗਾ। ਨਾ ਹੀ ਹਿੰਦੁਸਤਾਨ ਨਾਂ ਦਾ ਕੋਈ ਕੰਟਰੀ ਆ, ਆਪਾਂ ਲੋਕ ਸਾਰੇ ਮੁਸਲਮਾਨ ਸਿੱਖ ਸਾਰੇ ਹਿੰਦੁਸਤਾਨ। ਹਾਂਜੀ ਮੋਂਟੀ ਜੀ, ਤੁਸੀਂ ਕੋ ਕਹਿਣਾ ਚਾਹੁੰਦੇ? ਸਰ ਇਸ ਤਰ੍ਹਾਂ ਹੈ ਕਿ ਸ਼੍ਰੀਕਾਂਤ ਜੀ ਨੇ ਇੱਕ ਮੁੱਦਾ ਮੈਂਸ਼ਨ ਕੀਤਾ ਹੈ ਕਿ ਜਿਹੜਾ ਸਾਡੇ ਕੋਲ ਅਧਿਕਾਰ ਜਿਹੜਾ ਵੋਟਾਂ ਦਾ ਖੋਇਆ ਗਿਆ ਬਾਬਾ ਸਾਹਿਬ ਜਿਹੜਾ ਪੂਨਾ ਪੈਕ ਦੇ ਦੁਆਰਾ, ਮੇਰੀ ਸੁਪਰੀਮ ਕੋਰਟ ਆਫ ਇੰਡੀਆ ਦੇ ਇੱਕ ਬਹੁਤ ਬੜੇ ਐਡਵੋਕੇਟ ਹੈ, ਜਲਦੀ ਗੱਲ ਖਤਮ ਹੋਇਆ, ਸੁਪਰੀਮ ਕੋਰਟ ਦੇ ਇੱਕ ਐਡਵੋਕੇਟ ਹੈ, ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ। ਉਹ ਕਹਿੰਦੇ ਕਿ ਪੂਨਾ ਜਿਹੜਾ ਪੈਕਟ ਸੀ ਉਹ ਪੈਕਟ ਸੀ, ਇਟ ਵਾਸ ਅ ਪੈਕਟ, ਇਟ ਵਾਸ ਨਾਟ ਐਨ ਐਕਟ। ਐਕਟ ਨਹੀਂ ਸੀ, ਉਹ ਪੈਕਟ ਸੀ। ਔਰ ਇਸ ਗੱਲ ਨੂੰ, ਇਸ ਚੀਜ਼ ਨੂੰ ਸੁਪਰੀਮ ਕੋਰਟ ਵਿੱਚ ਚੈਲੰਜ ਕੀਤਾ ਜਾ ਸਕਦਾ ਹੈ। ਥੈਂਕ ਯੂ। ਆਪਣੇ ਟਾਈਮ ਦੇ ਬਾਅਦ ਵੱਧ ਰਹੇ ਆ ਕਿ ਜਿਹੜਾ ਪ੍ਰੋਗਰਾਮ ਦੀ ਅਸੀਂ ਇੱਥੇ ਸਮਾਪਤੀ ਕਰਨੀ ਆ, ਲੇਕਿਨ ਅਸੀਂ ਇੱਕ ਗੱਲ ਜ਼ਰੂਰ ਦੱਸਦੇ ਜਾਈਏ, 31 ਜਨਵਰੀ ਨੂੰ ਸਤਿਗੁਰੂ ਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਆ। ਬਨਾਰਸ ਲਈ ਲੋਕੀ ਜਾ ਰਹੇ, ਸਾਰੀਆਂ ਤਿਆਰੀਆਂ ਹੋ ਰਹੀਆਂ, ਤੇ ਕਾਂਚੀ TV ਦੇ ਸਟੂਡੀਓ ਦੇ ਵਿੱਚ ਵੀ
ਉੱਥੇ ਜਿਹੜੇ ਆਪਣੇ ਅੰਮ੍ਰਿਤਬਾਣੀ ਦੇ ਜਾਪਾਂ ਦੀ ਲੜੀ ਚੱਲ ਰਹੀ ਆ, ਤੇ ਉਸ ਦੇ ਵਿੱਚ ਵੀ ਤੁਸੀਂ ਹਿੱਸਾ ਪਾਓ। ਕਾਂਛੀ ਟੀਵੀ ਦੀ ਵੀ ਤੁਸੀਂ ਹੈਲਪ ਕਰੋ। ਜਿਹੜੇ ਮੇਰੇ ਭੈਣ ਭਰਾ ਨੇ ਜਾਂ ਸਾਡੇ ਜਿਹੜੇ ਵਿਚਾਰ ਆ, ਉਹ ਕਾਂਛੀ ਟੀਵੀ ਦਾ ਇਸ ਦੇ ਨਾਲ ਲੈਣਾ ਦੇਣਾ ਕੋਈ ਨਹੀਂ, ਕੋਈ ਇਸ ਦੇ ਨਾਲ ਸਹਿਮਤੀ ਨਹੀਂ। ਤੇ ਅਸੀਂ ਇੱਥੇ ਇਸ ਪ੍ਰੋਗਰਾਮ ਦੀ ਸਮਾਪਤੀ ਤੇ ਅਸੀਂ ਜਿਸ ਤਰ੍ਹਾਂ ਸਾਨੂੰ ਇੱਕ ਅੱਧਾ ਮਿੰਟ ਹੋਰ ਮਿਲ ਗਿਆ, ਅੰਦਰੋਂ ਪਤਾ ਲੱਗਾ, ਤੇ ਜਿਹੜਾ ਵੀ ਕੋਈ ਵੀ ਆ, ਜਿਹੜਾ ਭਾਈਚਾਰਾ, ਜੋ ਵੀ ਅਸੀਂ ਗੱਲਾਂ ਕੀਤੀਆਂ, ਇਸ ਨੂੰ ਆਪਾਂ ਆਪਣੇ ਮਨ ਦੇ ਵਿੱਚ ਵਿਛਾਈਏ। ਅੱਜ ਇਹ ਸੋਚੀਏ ਕਿ ਜਿਹੜਾ ਅਸੀਂ ਸਾਡੇ ਪਰਿਵਾਰਾਂ ਦੇ ਉੱਤੇ ਉੱਥੇ ਭੀੜ ਪਈ ਹੋਈ ਆ, ਸਾਡੇ ਭੈਣ ਭਰਾ ਉੱਥੇ ਹਨ, ਸਾਡੇ ਤਾਏ ਚਾਚੇ ਭੂਆ ਫੁੱਫੀਆਂ, ਕੀ ਅਸੀਂ ਆ ਕੇ 2-2 4-4 ਜਣੇ ਆ ਗਏ ਇੰਗਲੈਂਡ ਦੀ ਧਰਤੀ ਤੇ, ਯੂਰਪ ਦੇ ਵਿੱਚ। ਇਹ ਨਾ ਸੋਚ ਲਈਏ ਕਿ ਜੇ ਹੁੰਦਾ ਉਹਨਾਂ ਤੇ ਹੋਈ ਜਾਵੇ, ਲੇਕਿਨ ਇੱਕ ਦਿਨ ਅਸੀਂ ਵੀ ਉੱਥੇ ਜਾਣਾ ਆ। ਇਹ ਜ਼ਰੂਰ ਨਹੀਂਗਾ ਕਿ ਨਹੀਂ ਜਾਣਾ, ਤੇ ਇੱਕ ਦਿਨ ਜਾਣਾ ਆ। ਅਸੀਂ ਇੱਥੇ ਹੀ ਹੁਣ ਅਸੀਂ ਤੇ ਹਾਂਜੀ ਆਪਣੇ ਮੋਂਟੀ ਜੀ, ਜਿਸ ਤਰ੍ਹਾਂ ਚਲੋ ਸਾਨੂੰ ਹੋਰ नहीं 1 मिनट दे दिता, तुसी कुछ कहना चाहते हो? हाँ, बस मैं ये कह रहा हूँ कि चारों पासों लड़ाई लड़नी पैनी है। जिस डेमोन्स्ट्रेशन भी एक बहुत बड़ा टूल है, इस लड़ाई का एक बहुत बड़ा हिस्सा है, वो उत्ते भी ध्यान देना चाहिए। उसे नाल ही नाल जिस तरह अपने कलम की लड़ाई है वो जारी रहनी चाहिए, जिस भी तरीके नाल, और इन्हां सारे चीज़ां नूं व्यवस्था नूं अगेंस्ट लड़ना पेगा। ते असीं हुण इत्थे प्रोग्राम की समाप्ति करते हैं। जय गुरुदेव, जय वाल्मीकि, जय भीम।